ਜਿੰਨਾ ਕੰਮ ਇਸ ਵਾਰੀ ਵਿਜੀਲੈਂਸ ਨੇ ਕੀਤਾ ਮਾਨ ਸਰਕਾਰ ਦੇ ਹੁੰਦਿਆਂ ਇੰਨਾ ਕੰਮ ਵਿਜੀਲੈਂਸ ਵੱਲੋਂ ਕਦੀ ਨਹੀਂ ਕੀਤਾ ਗਿਆ। ਜੇ ਅਸੀਂ ਇੰਜ ਕਹੀਏ ਕਿ ਸਾਰੀ ਸਰਕਾਰ ਜਿਹੜੀ ਹੈ ਉਹ ਵਿਜੀਲੈਂਸ ਦੇ ਆਲੇ ਦੁਆਲੇ ਘੁੰਮਦੀ ਪਈ ਤੇ ਗਲਤ ਨਹੀਂ ਹੈ। ਆਈਐਸ ਅਧਿਕਾਰੀਆਂ ਨੇ ਕੀ ਇਹ ਧੱਈਆ ਕਰ ਲਿਆ ਵੀ ਜਾਓ ਮੰਗਦੇ ਰਹੋ ਰਿਕਾਰਡ, ਅਸੀਂ ਨਹੀਂ ਦਿੰਦੇ, ਵੀ ਜਦੋਂ ਅਸੀਂ ਰਿਕਾਰਡ ਹੀ ਨਹੀਂ ਦੇਵਾਂਗੇ ਮਨਜ਼ੂਰੀਆਂ ਕਿਹਦੇ ਕੋਲ ਆਓਗੇ, ਆਪੇ ਕੇਸ ਕਮਜ਼ੋਰ ਹੋ ਜਾਏਗਾ। ਕੁਝ ਦਿਨ ਪਹਿਲੇ ਹੀ ਸਤਿਆਪਾਲ ਮਲਿਕ ਜਿਹੜੇ ਕਿ ਗਵਰਨਰ ਰਹਿ ਚੁੱਕੇ ਜੰਮੂ ਕਸ਼ਮੀਰ ਦੇ, ਇਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਰਾਜਪਾਲ ਸੀਗਾ ਤੇ ਮੇਰੇ ਕੋਲ ਇੱਕ RSS ਦੇ ਨਾਮ ਵੀ ਲਿਆ ਸੀ ਇਹਨਾਂ ਨੇ, ਤੇ ਕਹਿੰਦੇ ਵੀ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਵੀ ਹੈ ਕਿ ਰਾਜਜੀਤ ਨੂੰ ਫੜਨ ਵਾਸਤੇ ਛਾਪਾਮਾਰੀ ਤਾਂ ਕੀਤੀ ਜਾ ਰਹੀ ਹੈ, ਪਰ ਰਾਜਜੀਤ ਹਜੇ ਫੜਿਆ ਨਹੀਂ ਜਾ ਰਿਹਾ ਤੇ ਇਹ ਕਿਆ ਸਲਾਹ ਜਾ ਰਿਹਾ ਸੀ ਵੀ ਪਹਿਲੇ ਉਹ ਸਰੈਂਡਰ ਕਰ ਸਕਦਾ। ਕਿਸ ਲੀਡਰ ਦੇ ਕਹਿਣ ਤੇ ਮੁਖਤਾਰ ਅੰਸਾਰੀ ਨੂੰ ਇੱਥੇ तमाम ਸੁੱਖ ਸੁਵਿਧਾਵਾਂ ਮਿਲਦੀਆਂ ਰਹੀਆਂ, ਇੱਥੋਂ ਤੱਕ ਕਿ ਉਹਨਾਂ ਦੀ ਪਤਨੀ ਤੇ ਪਰਿਵਾਰ ਦੇ ਲੋਕ ਵੀ ਉਹਨਾਂ ਨੂੰ ਆ ਕੇ ਮਿਲਦੇ ਰਹੇ। ਇੱਕ ਬੈਰਕ ਜਿਹਦੇ 'ਚ 25 ਲੋਕ ਰਹਿੰਦੇ ਨੇ, ਉੱਥੇ ਮੁਖਤਾਰ ਅੰਸਾਰੀ ਨੂੰ ਰੱਖਿਆ ਗਿਆ ਇਕੱਲੇ ਉਹਨਾਂ ਦੀ ਪਤਨੀ ਦੇ ਨਾਲ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ, ਵਿਜੀਲੈਂਸ ਪੰਜਾਬ ਵਿਜੀਲੈਂਸ ਬਹੁਤ ਵਧੀਆ ਕੰਮ ਕਰ ਰਹੀ ਹੈ। ਬੀਤੇ ਦਿਨੀ ਕੁਝ ਮੰਤਰੀਆਂ ਨੂੰ ਵੀ ਬੁਲਾਇਆ ਗਿਆ, ਆਏ ਦਿਨ ਨਵੇਂ ਖੁਲਾਸੇ ਕੀਤੇ ਜਾ ਰਹੇ ਨੇ, ਪਰ ਇੱਕ ਕਿਹਾ ਜਾ ਰਿਹਾ ਕਿ ਦੂਜੇ ਪਾਸੇ ਜਦੋਂ ਵਿਜੀਲੈਂਸ ਕੋਈ ਰਿਕਾਰਡ ਮੰਗਦੀ ਹੈ ਉਹਨਾਂ ਨੂੰ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਜਾਂਦਾ। ਹਾਂ, ਬਿਲਕੁਲ ਠੀਕ ਗੱਲ ਹੈ ਕਿ ਕਰੀਬ ਜੋ ਸਾਡੀ ਜਾਣਕਾਰੀ ਹੈ ਵੀ 100 ਦੇ ਕਰੀਬ ਐਸੀਆਂ ਫਾਈਲਾਂ ਹੈ ਜਿਹੜੀਆਂ ਵਿਜੀਲੈਂਸ ਨੂੰ ਇੰਤਜ਼ਾਰ ਹੈ ਵੀ ਇਹ ਫਾਈਲਾਂ ਆਉਣ ਤੇ ਅਸੀਂ ਕਾਰਵਾਈ ਅੱਗੇ ਤੋਰੀਏ, ਕਿਉਂਕਿ ਜਿੰਨਾ ਡਿਲੇ ਹੋਈ ਜਾਂਦਾ ਵਿਜੀਲੈਂਸ ਨੇ ਦੇਖੋ ਬਹੁਤ ਜਿੰਨਾ ਕੰਮ ਇਸ ਵਾਰੀ ਵਿਜੀਲੈਂਸ ਨੇ ਕੀਤਾ ਮਾਨ ਸਰਕਾਰ ਦੇ ਹੁੰਦਿਆਂ ਇੰਨਾ ਕੰਮ ਵਿਜੀਲੈਂਸ ਵੱਲੋਂ ਕਦੀ ਨਹੀਂ ਕੀਤਾ ਗਿਆ। ਜੇ ਅਸੀਂ ਇੰਜ ਕਹੀਏ ਕਿ ਸਾਰੀ ਸਰਕਾਰ ਜਿਹੜੀ ਹੈ ਉਹ ਵਿਜੀਲੈਂਸ ਦੇ ਆਲੇ ਦੁਆਲੇ ਘੁੰਮਦੀ ਪਈ ਤੇ ਗਲਤ ਨਹੀਂ ਹੋਗਾ, ਕਿਉਂਕਿ ਹਰ ਦਿਨ ਕਿਸੇ ਨਾ ਕਿਸੇ ਸਾਬਕਾ ਮੰਤਰੀ ਨੂੰ ਬੁਲਾਇਆ ਜਾਂਦਾ ਹੈ। ਹੁਣ ਕੱਲ੍ਹ ਵੀ ਬੁਲਾਇਆ ਗਿਆ ਸੀ ਸਿਹਤ ਮੰਤਰੀ ਜਿਹੜੇ ਸਾਬਕਾ ਨੇ ਬਲਬੀਰ ਸਿੰਘ ਸਿੱਧੂ, ਉਹਨਾਂ ਕੋਲ ਕਈ ਘੰਟੇ ਪੁੱਛਗਿੱਛ ਹੋਈ ਹੈ, 50 ਦੇ ਕਰੀਬ ਉਹਨਾਂ ਕੋਲੋਂ ਸਵਾਲ ਪੁੱਛੇ ਗਏ ਨੇ। ਹੁਣ ਪਹਿਲੇ ਤਾਂ ਗੱਲ ਕਰਾਂਗੇ ਵੀ ਜਿਹੜਾ ਇਹ ਨਵਾਂ ਮਾਮਲਾ ਸਾਹਮਣੇ ਆਇਆ ਕਿ ਇੱਕ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਵਿੱਚ 80,000 LED ਲਾਈਟਾਂ ਬਲਬ ਖਰੀਦੇ ਗਏ, ਵੀ ਕਹਿੰਦੇ ਵੀ ਬਿਊਟੀਫਿਕੇਸ਼ਨ ਕਰਨੀ, ਵਧੀਆ ਸੋਹਣੀਆਂ ਬੱਤੀਆਂ ਲੱਗਣਗੀਆਂ ਸ਼ਹਿਰਾਂ 'ਚ, ਜਗਮਗ ਕਰੇਗਾ, ਸੂਰਜ ਦੀ ਰੋਸ਼ਨੀ ਵਾਂਗੂ ਰੋਸ਼ਨੀ ਦੇਊਗਾ। ਤੇ ਕਹਿੰਦੇ ਉਹਦੇ ਵਿੱਚ ਵੀ ਕਾਫੀ ਕਰੋੜਾਂ ਰੁਪਏ ਦਾ ਘਟਾਲਾ ਕੀਤਾ ਵੀ ਜਿਹਨੂੰ ਹੱਥ ਲਓ ਕਹਿੰਦੇ ਵੀ ਕਰੋੜਾਂ ਤੋਂ ਥੱਲੇ ਤੇ ਗੱਲ ਹੀ ਕੋਈ ਨਹੀਂ ਨਾ ਕਰਦਾ, ਵੀ ਸਭ ਲੱਖਾਂ ਹਜ਼ਾਰਾਂ ਦੀ ਗੱਲ ਹੀ ਮੁੱਕ ਗਈ ਹੈ, ਵੀ ਕਰੋੜਾਂ ਨੂੰ ਹੱਥ ਮਾਰਦਾ ਜਿਹੜਾ ਮਾਰਦਾ ਹੈ। ਹੁਣ ਵਿਜੀਲੈਂਸ ਵੱਲੋਂ ਜਿਹੜੇ ਚੀਫ ਸੈਕਟਰੀ ਨੇ ਪੰਜਾਬ ਦੇ ਵਿਜੇ ਕੁਮਾਰ ਜੰਜੂਆ, ਉਹਨਾਂ ਨੂੰ ਲਿਖਤਾ ਗਿਆ ਵੀ ਸਾਨੂੰ ਇਹ ਜਿਹੜੀ ਹੈ ਲੋਕਲ ਬਾਡੀ ਡਿਪਾਰਟਮੈਂਟ 80,000 LED ਲਾਈਟਾਂ ਦਾ ਅਸੀਂ ਰਿਕਾਰਡ ਮੰਗ ਰਹੇ ਹਾਂ, ਉਹ ਰਿਕਾਰਡ ਸਾਨੂੰ ਮਿਲ ਨਹੀਂ ਰਿਹਾ, ਕਿਉਂਕਿ ਉਹ ਕਹਿੰਦੇ ਵੀ ਇੱਕੋ ਪਰਟੀਕੂਲਰ ਫਰਮ ਤੋਂ ਇਹ ਜਿਹੜੀ ਮਹਿੰਗੀਆਂ ਦੇ ਖਰੀਦੀ, ਹੁਣ ਮਹਿੰਗੀਆਂ ਖਰੀਦੀ ਗਈਆਂ ਕਿ ਨਹੀਂ ਖਰੀਦੀ ਗਈਆਂ ਇਹ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ, ਫਿਰ ਜਾਂਚ ਤੋਂ ਬਾਅਦ ਅਦਾਲਤ 'ਚ ਸਾਬਤ ਹੋਏਗਾ। ਬਹੁਤ ਸਾਰੇ ਕੇਸ ਇਸ ਤਰ੍ਹਾਂ ਹੈ, ਦੇਖੋ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਤੇ ਚੱਲਦੀ ਰਹਿੰਦੀ ਹੈ। ਵਿਜੀਲੈਂਸ ਕੋ ਵੀ ਦੇਖੋ ਸਾਰੇ ਵੈਸੇ ਤੇ ਕੋਈ ਕਾਲੀ 'ਚ ਕੰਮ ਨਹੀਂ ਕਰ ਰਹੇ ਵਿਜੀਲੈਂਸ ਵਾਲੇ, ਬਿਲਕੁਲ ਇੱਕ ਕਦਮ ਜਿਹੜੇ DGP ਵਿਜੀਲੈਂਸ ਨੇ ਇਸ ਵੇਲੇ ਵਰਿੰਦਰ ਕੁਮਾਰ ਸ਼ਰਮਾ ਸਾਡੇ ਅੰਮ੍ਰਿਤਸਰ ਦੇ ਨੇ, ਬਹੁਤ ਵਧੀਆ ਅਫਸਰ ਨੇ, ਅੰਮ੍ਰਿਤਸਰ ਦੇ ਵਿੱਚ ਪੁਲਿਸ ਕਮਿਸ਼ਨਰ ਵੀ ਰਹਿ ਚੁੱਕੇ ਨੇ ਜੋ, ਤੇ ਉਹ ਹਰ ਜਿਹੜਾ ਕਹਿੰਦੇ ਨੇ ਵੀ ਕਦਮ ਜਿਹੜਾ ਨਾ ਬੜਾ ਧਿਆਨ ਨਾਲ ਚੁੱਕ ਰਹੇ ਨੇ, ਵੀ ਕੋਈ ਜਲਦਬਾਜ਼ੀ ਨਹੀਂ ਕਰ ਰਹੇ ਕਿਸੇ ਕੰਮ ਦੀ, ਬਿਲਕੁਲ ਲਿਖਾ ਪੜੀ ਆਪਣੀ ਪੂਰੀ ਕਰ ਰਿਹਾ, ਪੂਰੀ ਇੱਕ ਖਾਕਾ ਤਿਆਰ ਕੀਤਾ ਜਾ ਰਿਹਾ, ਉਸ ਤੋਂ ਬਾਅਦ ਫੈਸਲਾ ਲਿਆ ਜਾ ਰਿਹਾ। ਹੁਣ ਕਹਿੰਦੇ ਵੀ ਜੰਜੂਆ ਸਾਹਿਬ ਨੇ ਵੀ ਲੋਕਲ ਬਾਡੀ ਡਿਪਾਰਟਮੈਂਟ ਨੂੰ ਆਖਿਆ ਤੇ ਉਹਨਾਂ ਦੀ ਵੀ ਗੱਲ ਨਹੀਂ ਸੁਣੀ ਜਾਂਦੀ, ਤੇ ਇੰਦਰਬੀਰ ਨਿੱਜਰ ਹੋਣਾ ਨੇ ਕਿਹਾ ਵੀ ਕਿਉਂ ਨਾ ਰਿਕਾਰਡ ਦੇਣਗੇ, ਰਿਕਾਰਡ ਤੇ ਦੇਣਾ ਪਏਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ IAS ਅਧਿਕਾਰੀਆਂ 'ਚ ਤੇ IPS ਅਧਿਕਾਰੀਆਂ ਦੇ ਵਿੱਚ ਇੱਕ ਤਣਾਅ ਜਿਹੜਾ ਉਹ ਖੜ ਗਿਆ, ਠਣ ਗਈ ਆਪਸ ਵੀ ਆਮਣੇ ਸਾਹਮਣੇ ਹੋ ਗਏ ਨੇ, ਕਿਉਂਕਿ ਜਦੋਂ ਤੁਹਾਨੂੰ ਇਹ ਵੀ ਯਾਦ ਹੋਣਾ ਆਇਆ ਸੀਗਾ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦਾ ਘੁਟਾਲਾ ਮੋਹਾਲੀ ਦੇ ਵਿੱਚ 25 ਏਕੜ ਪਲਾਟ ਕਿਸ ਤਰ੍ਹਾਂ ਉਹ ਫਿਲਿਪਸ ਕੰਪਨੀ ਦੇ ਗੁਲਮੋਹਰ ਟਾਊਨਸ਼ਿਪ ਨੂੰ ਕਨਵਰਟ ਕਰਤੇ ਜਾਂਦੇ। ਇਸੇ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ 50 ਲੱਖ ਰੁਪਏ ਦੀ ਰਿਸ਼ਵਤ ਦੇਣ ਗਏ ਸੀ, ਵਿਚਾਰੇ ਫਸ ਗਏ, ਕਈ ਮਹੀਨੇ ਜੇਲ੍ਹ 'ਚ ਵੀ ਰਹੇ, ਹਾਲਾਂਕਿ ਦੁਬਾਰਾ ਵਿਜੀਲੈਂਸ ਉਹਨਾਂ ਦੇ ਘਰ ਪਹੁੰਚ ਗਈ ਹੈ, ਪਰ ਤੁਸੀਂ ਦੇਖੋ ਉਹਦੇ ਸੰਬੰਧੀ ਰਿਕਾਰਡ ਵੀ ਨਹੀਂ ਦਿੱਤਾ ਜਾ ਰਿਹਾ ਵਿਜੀਲੈਂਸ ਨੂੰ। ਬਾਰ-ਬਾਰ ਚੀਫ ਸੈਕਟਰੀ ਇਹ ਡਿਪਾਰਟਮੈਂਟ ਨੂੰ ਲਿਖ ਚੁੱਕੇ ਹਨ ਵੀ ਆਖਿਰਕਾਰ IAS ਅਧਿਕਾਰੀਆਂ ਨੇ ਕੀ ਇਹ ਧੱਈਆ ਕਰ ਲਿਆ ਵੀ ਜਾਓ ਮੰਗਦੇ ਰਹੋ ਰਿਕਾਰਡ, ਅਸੀਂ ਨਹੀਂ ਦਿੰਦੇ, ਵੀ ਜਦੋਂ ਅਸੀਂ ਰਿਕਾਰਡ ਹੀ ਨਹੀਂ ਦੇਵਾਂਗੇ ਮਨਜ਼ੂਰੀਆਂ ਕਿਹਦੇ ਕੋਲ ਆਓਗੇ, ਆਪੇ ਕੇਸ ਕਮਜ਼ੋਰ ਹੋ ਜਾਏਗਾ। ਮਤਲਬ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਨੈਕਸਸ ਬਣਿਆ ਹੈ ਵੀ ਲੀਡਰ ਅਫਸਰ, ਕੁਝ ਭ੍ਰਸ਼ਟ ਅਫਸਰ, ਸਾਰੇ ਭ੍ਰਸ਼ਟ ਨਹੀਂ ਹੈ, ਬਹੁਤ ਸਾਰੇ ਚੰਗੇ ਅਫਸਰ ਹੈਗੇ ਨੇ, ਚੰਗੇ ਅਫਸਰ ਹੈਗੇ ਤੇ ਪ੍ਰਦੇਸ਼ ਚੱਲ ਰਿਹਾ ਤੇ ਬਚ ਰਿਹਾ। ਕੁਛ ਜਿਹੜੇ ਚੁਣਿੰਦਾ ਜਿਹੜੇ ਹੁੰਦੇ ਨਾ, ਚੁਣਿੰਦਾ ਜਿਵੇਂ ਉਹ ਇੱਕ ਉਹਦੇ 'ਚ ਰਾਜਜੀਤ ਫੜਿਆ ਗਿਆ ਇੱਕ ਗੱਲਾ ਤੇ ਇੱਕ ਇੰਸਪੈਕਟਰ ਫੜਿਆ ਗਿਆ, ਕਾਲੀਆਂ ਭੇਡਾਂ ਜਿਹੜੀਆਂ ਹੁੰਦੀਆਂ ਉਹ ਖਰਾਬ ਕਰਦੀਆਂ। ਹੁਣ ਤੁਸੀਂ ਦੇਖੋ ਉਹ ਪਲਾਟ ਕਿਹਨੂੰ ਅਲਾਟ ਹੋਏ
25 ਏਕੜ ਦੇ ਪਲਾਟ ਜਿਹੜੇ ਬਣਾਤੇ ਗਏ ਸੀ 125 ਪਲਾਟ ਹਜੇ ਤੱਕ ਨਾ ਸਾਰਵਜਨਿਕ ਨਹੀਂ ਕੀਤੇ ਗਏ। ਇਹਦੇ ਬਾਰੇ ਵੀ ਲਿਖਿਆ ਗਿਆ। ਹੁਣ ਉਮੀਦ ਕਰਦੇ ਹਾਂ ਕਿ ਇਹਦੇ ਤੇ ਛੇਤੀ ਹੀ ਵਿਜੀਲੈਂਸ ਨੂੰ ਜਿਹੜੀ ਹੈ ਕਿ ਫਾਈਲਾਂ ਮਿਲ ਜਾਣਗੀਆਂ, ਤਾਂ ਕਿਉਂਕਿ ਪਹਿਲੇ ਮਨਜ਼ੂਰੀ ਲੈਣੀ ਹੈ, ਫਿਰ ਅੱਗੇ ਕੇਸ ਨੂੰ ਜਦੋਂ ਤੋਰਨਾ ਨਾ, ਉਹ ਜਿੰਨਾ ਚਿਰ ਮਨਜ਼ੂਰੀ ਨਹੀਂ ਮਿਲਦੀ। ਸਿੰਚਾਈ ਘੁਟਾਲਾ ਦੇਖੋ ਨਾ, 5 ਸਾਲ ਦੱਬਿਆ ਰਹਿ ਗਿਆ ਸੀ। ਸ਼ਰਨਜੀਤ ਢਿੱਲੋਂ, ਜਨਮੇਜਾ ਸਿੰਘ ਸੇਖੋਂ, 3 IAS ਅਧਿਕਾਰੀ ਜਿਨ੍ਹਾਂ ਚੋਂ ਚੀਫ ਸੈਕਟਰੀ ਸੀਗੇ ਸਾਬਕਾ ਪੰਜਾਬ ਦੇ, ਉਹਨਾਂ ਦਾ ਵੀ ਨਾਂ ਆਇਆ ਸੀ। ਹੁਣ ਤੁਸੀਂ ਗੱਲ ਕੀਤੀ ਹੈ ਬਲਬੀਰ ਸਿੰਘ ਸਿੱਧੂ ਨੂੰ ਕੱਲ ਬੁਲਾਇਆ ਗਿਆ ਸੀਗਾ, 8 ਘੰਟੇ ਪੁੱਛਗਿੱਛ ਹੋਈ ਉਹਨਾਂ ਕੋਲ। ਬਹੁਤ ਸਾਰੇ ਸਵਾਲ ਵਿਜੀਲੈਂਸ ਨੇ ਪੁੱਛੇ ਆ। ਉਹਨਾਂ ਨੂੰ ਇੱਕ ਗੱਲ ਕੀਤੀ ਵੀ ਤੁਸੀਂ ਉਹਨਾਂ ਦੇ ਜਦੋਂ ਸੀਗੇ ਨਾ, ਇੱਕ ਬੁਪਰੀ ਨੋਰਫਿਨ ਗੋਲੀ ਆਂਦੀ ਹੈ, ਜਿਹੜਾ ਓਟ ਸੈਂਟਰ ਹੈ ਨਾ, ਜਿਹੜੇ ਨਸ਼ਾ ਛੁਡਾਓ ਕੇਂਦਰ, ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਉਸ ਸੈਂਟਰਾਂ 'ਚ ਇਲਾਜ ਲਈ ਲਿਆਂਦਾ ਜਾਂਦਾ, ਉਹਨਾਂ ਨੂੰ ਚੋਟ ਨਾ ਲੱਗੇ, ਇਸ ਕਰਕੇ ਉਹਨਾਂ ਨੂੰ ਬੁਪਰੀ ਨੋਰਫਿਨ ਦੀ ਗੋਲੀ ਦਿੱਤੀ ਜਾਂਦੀ ਹੈ। 5 ਤੋਂ ਲੈ ਕੇ 8 ਕਰੋੜ ਦੀ ਗੋਲੀ ਜਿਹੜੀ ਹੈ, 8 ਕਰੋੜ ਗੋਲੀਆਂ, ਜਿਹਦੀ ਕੀਮਤ ਕਹਿੰਦੇ ਵੀ 200 ਤੋਂ ਲੈ ਕੇ 500 ਕਰੋੜ ਤੱਕ ਦੀ ਕੀਮਤ ਹੈ। ਉਹਦਾ ਕੋਈ ਰਿਕਾਰਡ ਹੀ ਨਹੀਂਗਾ, ਗਾਇਬ ਹੋ ਗਿਆ। ਮੰਤਰੀ ਸਾਹਿਬ ਦੇ ਧਿਆਨ 'ਚ ਆਇਆ ਸੀ, ਕੋਈ ਐਕਸ਼ਨ ਨਹੀਂ ਹੋਇਆ। ਹੁਣ PP ਕਿੱਟਾਂ ਜਿਹੜੀਆਂ ਖਰੀਦੀਆਂ ਗਈਆਂ, ਕਹਿੰਦੇ ਜਦੋਂ ਕਰੋਨਾ ਆਇਆ ਉਹਦੇ ਵਿੱਚ ਵੀ ਘੁਟਾਲਾ ਹੋਇਆ ਕਿ ਨਹੀਂ ਹੋਇਆ, ਇਹ ਸਾਨੂੰ ਨਹੀਂ ਪਤਾ। ਹੁਣ ਉਹਨਾਂ ਦੇ ਭਾਈ ਸਾਹਿਬ ਨੇ, ਜਿਹੜੇ ਮੇਅਰ ਵੀ ਨੇ, ਜੀਤੀ ਸਿੱਧੂ ਉੱਥੋਂ ਦੇ ਮੋਹਾਲੀ ਦੇ, ਉਹਨਾਂ ਦੇ ਸਾਥੀ ਦੇ ਨਾਂ ਇੱਕ ਹਾਊਸਿੰਗ ਸੁਸਾਇਟੀ ਹੈ, ਤੇ ਉਹ ਵਿਕਸਿਤ ਕਰਨ ਦਾ ਬਰਸਾਤੀ ਨਾਲੇ ਦੇ ਨਾਲ ਜ਼ਮੀਨ ਲੱਗਦੀ ਹੈ, ਉਹਦੇ ਨਾਲ ਅਦਲਾ ਬਦਲੀ ਕੀਤੀ ਹੈ। ਰੋਪੜ 'ਚ ਵੀ ਉਹਨਾਂ ਦੇ ਭਰਾ ਦੇ ਵੱਲੋਂ ਕਿਹਾ ਜਾ ਰਿਹਾ ਵੀ ਆਰੋਪ ਹੈ ਵੀ ਅਵੈਧ ਤੌਰ ਤੇ ਜਿਹੜੀ ਖਨਨ ਹੋਈ ਹੈ, ਉਹ ਵੀ ਸਵਾਲ ਪੁੱਛੇ ਗਏ। ਸ਼ਰਾਬ ਕਾਰੋਬਾਰ 'ਚ ਇੱਕੋ ਅਧਿਕਾਰ ਸੀਗਾ, ਮਤਲਬ ਹੁਣ ਕੀ ਵੈਸੇ ਤੇ ਹੁਣ ਹੈ ਕਿ ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ ਵੀ ਸਿੰਡੀਕੇਟ ਖਤਮ ਕਰਤਾ ਇਹਨਾਂ ਨੇ। ਹਰਪਾਲ ਸਿੰਘ ਚੀਮਾ ਉਹਨਾਂ ਨੇ ਕਿਹਾ ਦੇਖੋ ਤੁਸੀਂ ਘਰ ਫੰਕਸ਼ਨ ਰੱਖਿਆ, ਤੁਹਾਡੀ ਮਰਜ਼ੀ, ਸਰਕਾਰ ਨੂੰ ਫੀਸ ਦੇਤੀ, ਸਰਕਾਰੀ ਸ਼ਰਾਬ ਹੈ, ਘਰ ਤੇ ਬਣਾਉਂਦਾ ਨਹੀਂ ਕੋਈ, ਉਹ ਜਿੱਥੋਂ ਮਰਜ਼ੀ ਖਰੀਦੇ। ਇਹਨਾਂ ਗੁੰਡਾਗਰਦੀ ਮਚਾਈ ਸੀ ਕਿ ਸ਼ਰਾਬ ਦੇ ਕਾਰੋਬਾਰੀਆਂ ਨੇ ਵੀ ਸਾਡੇ ਇਲਾਕੇ 'ਚ ਜਿਹੜਾ ਮੈਰਿਜ ਵਿਆਹ ਹੋਏਗਾ ਤੇ ਸਾਡੇ ਕੋਲੋਂ ਸ਼ਰਾਬ ਖਰੀਦਣੀ ਹੈ। ਮਤਲਬ ਕਹਿੰਦੇ ਉਹ ਵੀ ਅਧਿਕਾਰ ਤੇ ਇਹਨਾਂ ਤੇ ਲੱਗਿਆ ਵੀ ਇੱਕ ਕੋਈ ਜਿਹੜੀ ਹੈ 68 ਏਕੜ ਜਿਹੜੀ ਜ਼ਮੀਨ ਸੀ ਐਗਰੀਕਲਚਰ ਲੈਂਡ, ਉਹਨੂੰ ਕਹਿੰਦੇ ਵੀ ਇੰਡਸਟਰੀਅਲ ਤੇ ਰਿਹਾਇਸ਼ੀ ਜ਼ਮੀਨ 'ਚ ਤਬਦੀਲ ਕਰਨ ਨੂੰ ਵੀ ਸਵਾਲ ਕੀਤਾ। ਹੁਣ ਬਹੁਤ ਸਾਰੇ ਸਵਾਲ ਕੀਤੇ ਨੇ। ਹੁਣ 50 ਸਵਾਲਾਂ ਦੀ ਇੱਕ ਲਿਸਟ ਵੀ ਦਿੱਤੀ ਹੈ। ਹਾਲਾਂਕਿ ਬਲਬੀਰ ਸਿੰਘ ਸਿੱਧੂ ਨੇ ਬਾਹਰ ਆ ਕੇ ਕਿਹਾ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ, ਮੇਰੀ ਤੇ ਸਾਰੀ ਜਿਹੜੀ ਪ੍ਰਾਪਰਟੀ ਜਨ ਤੱਕ ਆ, ਕਿਉਂਕਿ ਮੈਂ 5 ਸਾਲ ਬਾਅਦ ਇਲੈਕਸ਼ਨ ਲੜਨੇ ਆ, ਤੇ ਜਦੋਂ ਇਲੈਕਸ਼ਨ ਲੜਨੇ ਆ ਤੇ ਅਸੀਂ ਐਫੀਡੇਵਿਟ ਦੇਣੇ ਆ। ਹੁਣ ਬਾਹਰ ਆ ਕੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਵੀ ਕਹਿੰਦੇ ਵਿਜੀਲੈਂਸ ਦੇ ਅਧਿਕਾਰੀਆਂ ਦਾ ਜਿਹੜਾ ਰਵੱਈਆ ਸੀ ਨਾ, ਬਹੁਤ ਮਤਲਬ ਪਿਆਰ ਭਰਿਆ ਸੀ, ਵੀ ਸਾਡੇ ਨਾਲ ਕੋਈ ਉਹਨਾਂ ਨੇ ਬਦਸਲੂਕੀ ਨਹੀਂ ਕੀਤੀ। ਹੁਣ ਕੱਲ ਇੱਕ ਸਾਬਕਾ ਕਾਂਗਰਸ ਦੇ ਵਿਧਾਇਕ ਸੀਗੇ ਸਰਤਕਾਰ ਕੌਰ ਗਹਿਰੀ, ਉਹਨਾਂ ਦੇ ਘਰ ਵੀ ਵਿਜੀਲੈਂਸ ਗਈ ਹੈ। ਉਹਨਾਂ ਦੇ ਉੱਪਰ ਵੀ ਆਰੋਪ ਹੈ ਕਿ ਉਹਨਾਂ ਨੇ ਆਪਣੀ ਜਾਇਦਾਦ ਵੱਧ ਬਣਾਈ ਹੈ, ਆਮਦਨ ਤੋਂ ਵੱਧ। ਮਤਲਬ ਕਹਿੰਦੇ ਵੀ ਜਿਹਨੂੰ ਹੱਥ ਲਾਓ ਉਹੀ ਠੂਆਂ ਮਾਰਦਾ ਹੈ। ਹੁਣ ਤੁਸੀਂ ਇਹਦੇ ਚੋਂ ਨਿਕਲੇਗਾ ਕੀ ਇੱਕ ਕੋਈ ਫਾਰਮਾਸਿਊਟੀਕਲ ਕੰਪਨੀ ਹੈ, ਉਹਨੂੰ ਵੀ ਕਹਿੰਦੇ ਵੀ ਬਲੈਕ ਲਿਸਟ ਕੀਤੀ ਗਈ ਸੀ, ਰੂਸਨ ਫਾਰਮਾ ਉਹਦਾ ਨਾਮ ਦੱਸਿਆ ਜੀ, ਤੇ ਉਹਦੇ ਤੇ ਵੀ ਕਹਿੰਦੇ ਵੀ ਉਹਦੇ ਸੰਬੰਧੀ ਵੀ ਸਵਾਲ ਪੁੱਛਿਆ ਗਿਆ ਵੀ ਉਹਨੂੰ ਬਲੈਕ ਲਿਸਟ ਕੀਤਾ ਗਿਆ ਸੀਗਾ ਵੀ ਤੁਸੀਂ ਕਿਸ ਤਰ੍ਹਾਂ ਉਹਨੂੰ ਉਹਦੇ ਕੋਲ ਸਮਾਨ ਲੈਂਦੇ ਰਹੇ। ਉਹ ਕਹਿੰਦੇ ਵੀ ਤੁਸੀਂ ਜਿਹੜਾ ਇੱਕ ਗਊਸ਼ਾਲਾ ਵਾਸਤੇ ਜ਼ਮੀਨ ਹੈ, ਕਈ ਏਕੜ ਜ਼ਮੀਨ ਹੈ, ਉੱਤੇ ਕਬਜ਼ਾ ਕੀਤਾ, ਫਿਰ ਉੱਤੇ ਮੈਰਿਜ ਪੈਲੇਸ ਪਲਾਨ ਦੀ ਗੱਲ ਕੀਤੀ। ਬਹੁਤ ਸਾਰੇ ਸਵਾਲ। ਦੇਖੋ 8 ਘੰਟੇ ਥੋੜਾ ਸਮਾਂ ਨਹੀਂ ਹੁੰਦਾ। 8 ਘੰਟੇ ਦਾ ਮਤਲਬ ਹੈ ਕਿ ਇੱਕ ਪੂਰਾ ਖਾਕਾ, ਜਦੋਂ ਵਿੱਚ ਇਹਨਾਂ ਨੂੰ ਚਾਹ ਵੀ ਪਿਲਾਈ ਹੋਏਗੀ, ਪਾਣੀ ਵੀ ਪਿਆ ਹੋਏਗਾ, ਪਰ ਗ੍ਰਿਲ ਪੂਰੀ ਤਰ੍ਹਾਂ ਕੀਤਾ। ਤੇ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਵੀ ਇਹ ਬਲਬੀਰ ਸਿੰਘ ਸਿੱਧੂ ਹੁਣਾਂ ਕੋਲੋਂ ਕੋਈ ਰਿਕਵਰੀ ਹੁੰਦੀ ਹੈ, ਇਹ ਕਿਤੇ ਦੋਸ਼ੀ ਪਾਏ ਜਾਂਦੇ ਹੈ ਜਾਂ ਨਹੀਂ ਪਾਏ ਜਾਂਦੇ, ਜਾਂ ਵਾਕਈ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਉਹ ਕਹਿੰਦੇ ਨਾ ਵੀ ਪੁੱਛੇ ਹੀ ਦੱਸੇਗਾ। ਤੇ ਉਹਨਾਂ ਨੇ ਕਿਹਾ ਜਿਹੜੀ ਬੁਪਰੀ ਨੋਰਫਿਨ ਦੀ ਗੱਲ ਕੀਤੀ ਹੈ, ਉਦੋਂ ਕਹਿੰਦੇ ਮੈਂ ਸਪਸ਼ਟ ਕਰਤਾ ਸੀ ਉਦੋਂ ਹੀ, ਤੇ ਮੈਂ ਨਸ਼ੇ ਦੇ ਖਿਲਾਫ ਪਹਿਲੇ ਹਾਂ ਤੇ ਹਮੇਸ਼ਾ ਹੀ ਰਿਹਾ। ਤੇ ਜਿਵੇਂ ਹਮੇਸ਼ਾ ਸਾਰੇ ਲੀਡਰ ਕਹਿੰਦੇ ਨੇ ਵੀ ਇਹ ਰਾਜਨੀਤਿਕ ਰੰਜਿਸ਼ ਸੀ, ਉਹਦੇ ਤਹਿਤ ਮੈਨੂੰ ਬੁਲਾਇਆ ਗਿਆ ਸੀ। ਉਹ ਰਾਜਨੀਤਿਕ ਰੰਜਿਸ਼ ਸੀ, ਤੁਸੀਂ ਕੁਝ ਕੀਤਾ ਨਹੀਂ ਜਾਂ ਨਹੀਂ ਕੀਤਾ। ਵੈਸੇ ਇਹਨਾਂ ਨੇ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹ 'ਚ ਦੱਸਿਆ ਸੀ ਮੇਰੇ ਕੋਲ ਕਹਿੰਦੇ ਉਦੋਂ ਦੀ ਗੱਡੀ ਹੈ ਜਦੋਂ ਸ਼ਹਿਰ 'ਚ 1-2 ਕਾਰਾਂ ਹੁੰਦੀਆਂ ਸੀ। ਤੇ ਦੇਖੋ ਹੁਣ ਆਉਣ ਵਾਲਾ ਟਾਈਮ ਦੱਸੇਗਾ ਵੀ ਕੀ ਇਹਨਾਂ ਕੁਛ ਨਿਕਲਦਾ ਹੈ ਕਿ ਨਹੀਂ ਨਿਕਲਦਾ। ਬਹੁਤ ਸਾਰੇ ਸਾਬਕਾ ਮੰਤਰੀ, ਡਿਪਟੀ CM ਤੱਕ ਦੀ ਉਹਨਾਂ ਦੀ ਪਮਾਇਸ਼ਾਂ ਹੋ ਚੁੱਕੀਆਂ ਤੇ ਹਜੇ ਤੱਕ ਸਾਹਮਣੇ ਤਾਂ ਕੁਝ ਨਹੀਂ ਆਇਆ। ਡਾਕਟਰ ਸਾਹਿਬ, ਸਾਬਕਾ ਗਵਰਨਰ ਸਤਪਾਲ ਮਲਿਕ, ਉਹ ਜਦੋਂ ਧਾਰਾ 370 ਤੋੜੀ ਗਈ ਤੇ ਉਦੋਂ ਜੰਮੂ ਕਸ਼ਮੀਰ 'ਚ ਗਵਰਨਰ ਸੀਗੇ, ਉਹਨਾਂ ਨੂੰ ਹੁਣ CBI ਦਾ ਨੋਟਿਸ ਜਾਰੀ ਹੋ ਗਿਆ। ਹਾਂ, ਉਹਨਾਂ ਦਾ ਨਾ ਇੱਕ ਸਪਸ਼ਟੀਕਰਨ ਆਇਆ, ਕਹਿੰਦੇ ਵੀ ਮੈਨੂੰ ਬੁਲਾਇਆ ਗਿਆ, ਉਹਨਾਂ ਨੇ ਕੁਝ ਚੀਜ਼ਾਂ ਉਹਨਾਂ ਨੇ ਪੁੱਛਣੀਆਂ, ਪਰ ਹੋ ਸਕਦਾ ਕਹਿੰਦੇ ਮੈਂ 27 ਤੋਂ ਲੈ ਕੇ 29 ਤਰੀਕ ਤੱਕ ਮੈਂ ਅਵੇਲੇਬਲ ਹਾਂ। ਉਦੋਂ ਅਫਸਰ CBI ਦੇ ਮੇਰੇ ਕੋ ਆ ਕੇ ਕੁਝ ਸਵਾਲਾਂ ਦੇ ਜਵਾਬ ਮੰਗਣਗੇ। ਤੁਹਾਨੂੰ ਯਾਦ ਹੋਣਾ ਹਾਲ ਹੀ ਕੁਝ ਦਿਨ ਪਹਿਲੇ ਹੀ ਸਤਪਾਲ ਮਲਿਕ ਜਿਹੜੇ ਕਿ ਗਵਰਨਰ ਰਹਿ ਚੁੱਕੇ ਜੰਮੂ ਕਸ਼ਮੀਰ ਦੇ,
ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਸੀਗੀ। ਉਹ ਇੰਟਰਵਿਊ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਹੜੇ ਰਾਸ਼ਟਰੀ ਸਲਾਹਕਾਰ ਨੇ ਅਜੀਤ ਦੋਭਾਲ, ਉਹਨਾਂ ਤੇ ਕੁਝ ਬਹੁਤ ਆਰੋਪ ਲਗਾਏ ਸੀਗੇ। ਹੁਣ ਇਹਨਾਂ ਆਰੋਪਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਮਲਿਕ ਸਾਹਿਬ ਜਾਣਦੇ ਆ ਤੇ ਜਾਂ PM ਸਾਹਿਬ ਜਾਣਦੇ ਆ, ਡੋਭਾਲ ਸਾਹਿਬ ਜਾਣਦੇ ਵੀ ਇਹ ਸੱਚ ਹੈ ਕਿ ਝੂਠ ਹੈ। ਪਰ ਇੱਕ ਜਿਹੜਾ ਸਵਾਲ ਇਹ ਆਂਦਾ ਇਹਨਾਂ ਦਾ ਇਹ ਕਹਿਣਾ ਕਿ ਜਦੋਂ ਉੱਥੇ ਪੁਲਵਾਮਾ 'ਚ ਹਮਲਾ ਹੋਇਆ ਸੀ 14 ਫਰਵਰੀ 2019 ਨੂੰ, ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। 300 ਕਿਲੋ RDX ਜਿਹੜਾ ਪਾਕਿਸਤਾਨ ਤੋਂ ਆਇਆ ਸੀ ਤੇ ਇਹਨਾਂ ਨੇ ਇਹ ਆਰੋਪ ਲਾਇਆ ਵੀ ਉਹ ਗੱਡੀ ਜਿਹੜੇ 'ਚ ਇਹ ਐਕਸਪਲੋਸਿਵ ਸੀਗਾ, ਕਈ ਦਿਨ 10 ਤੋਂ 12 ਦਿਨ ਕਸ਼ਮੀਰ ਦੀਆਂ ਵੱਖਰੀਆਂ ਸੜਕਾਂ, ਜੰਮੂ ਕਸ਼ਮੀਰ ਦੀਆਂ ਸੜਕਾਂ ਤੇ ਫਿਰਦੀ ਰਹੀ ਤੇ ਕੀ ਏਜੰਸੀਆਂ ਨੂੰ ਪਤਾ ਹੀ ਨਹੀਂ ਲੱਗਾ। ਫਿਰ ਇਹਨਾਂ ਨੇ ਇਹ ਕਿਹਾ ਵੀ ਜਦੋਂ ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਅੱਗੋਂ ਕਿਹਾ ਵੀ ਚੁੱਪ ਰਹੋ ਅਜੇ ਤੇ ਤੁਸੀਂ ਕੁਝ ਨਹੀਂ ਬੋਲਣਾ। ਤੇ ਇਹਨਾਂ ਨੇ ਕਿਹਾ ਵੀ ਮੇਰੀ ਗਲਤੀ ਹੈ। ਇਹ ਵੀ ਦੱਸਿਆ ਵੀ ਕਿਤੇ ਨਾ ਕਿਤੇ ਗਲਤੀ ਸਾਡੀ ਹੈ, ਕਿਉਂਕਿ ਐਡਾ ਵੱਡੇ ਜਿਹੜੇ ਆ ਸੋਲਜਰ ਹੈ CRP ਦੇ ਜਵਾਨ, 2500 ਜਵਾਨ ਜਾਣੇ ਸੀ ਤੇ ਕਰੀਬ 78 ਬੱਸਾਂ ਸੀਗੀਆਂ ਉਹਨਾਂ ਦੀਆਂ। ਕਿਹਾ ਜਾ ਰਿਹਾ ਵੀ ਐਡਾ ਵੱਡਾ ਕਾਫਿਲਾ ਜਾਂਦਾ ਨਹੀਂ ਹੈ ਵੀ ਤੁਸੀਂ 5 ਕਹਿੰਦੇ ਉਹਨਾਂ ਨੇ 에ਅਰਕ੍ਰਾਫਟ ਮੰਗੇ ਸੀ ਉਦੋਂ ਜਹਾਜ਼, ਪਰ ਰੱਖਿਆ ਮੰਤਰਾਲੇ ਨੇ ਨਾ ਕਰਤਾ ਸੀ। ਇਹਨਾਂ ਆਰੋਪਾਂ 'ਚ ਸੱਚਾਈ ਕਿੰਨੀ ਹੈ ਇਹ ਤੇ ਮਲਿਕ ਸਾਹਿਬ ਜਾਣਦੇ ਆ, ਤੇ ਜਾਂ ਫਿਰ ਜਦੋਂ ਜਾਂਚ ਹੋਏਗੀ ਉਦੋਂ ਏਜੰਸੀਆਂ ਤੋਂ ਪਤਾ ਲੱਗੇਗਾ। ਕਿਉਂਕਿ ਮਲਿਕ ਸਾਹਿਬ ਦੇ ਜਿਹੜੇ ਇਹ ਆਰੋਪ ਨੇ ਉਹਨਾਂ ਨੇ ਇਹ ਲਾਏ ਨੇ, ਉਹਨਾਂ ਕਹਿੰਦੇ ਵੀ ਫਿਰ ਜਿੱਥੋਂ ਇਹ ਕਾਫਲਾ ਲੰਘਣਾ ਸੀ ਵੀ 8 10 15 ਲਿੰਕ ਰੋਡ ਹੈਗੀਆਂ ਜਿਹੜੀਆਂ, ਉਹ ਲਿੰਕ ਰੋਡ ਦੇ ਉੱਤੇ ਕੋਈ ਸੁਰੱਖਿਆ ਨਹੀਂ ਸੀਗੀ। ਇਸ ਕਰਕੇ ਬਹੁਤ ਵੱਡੇ ਸਵਾਲ ਸੀ। ਫਿਰ ਇਹ ਵੀ ਸਵਾਲ ਆਇਆ, BJP ਵਾਲਿਆਂ ਨੇ ਬਾਅਦ ਚੋਂ ਕਿਹਾ ਸੀਗਾ ਵੀ ਇਹਨਾਂ ਦਾ ਤਾਂ ਕੰਮ ਹੀ ਹੈ ਝੂਠ ਬੋਲਣਾ, ਬਾਅਦ ਚੋਂ ਮਾਫੀ ਮੰਗ ਲੈਂਦੇ। ਇਹ ਵੀ ਸਵਾਲ ਆਇਆ ਸੀ ਵੀ ਫਿਰ ਇਹ ਉਦੋਂ ਚੁੱਪ ਕਿਉਂ ਰਹੇ ਵੀ ਜੇ ਤੁਹਾਨੂੰ ਲੱਗਦਾ ਸੀ। ਇਹਨਾਂ ਨੇ ਵੀ ਆਰੋਪ ਲਾਇਆ ਸੀਗਾ ਵੀ ਪ੍ਰਧਾਨ ਮੰਤਰੀ ਨੂੰ ਭ੍ਰਸ਼ਟਾਚਾਰ ਤੋਂ ਨਫ਼ਰਤ ਕੋਈ ਨਹੀਂ ਹੈ ਤੇ ਉਦੋਂ ਕਹਿੰਦੇ ਸੀ ਇੱਕ ਪਾਰਕ 'ਚ ਸ਼ੂਟ ਕਰਾ ਰਹੇ ਸੀਗੇ ਜਦੋਂ ਮੈਂ ਫੋਨ ਕੀਤਾ। ਪਰ ਸਵਾਲ ਇਹ ਹੈ ਕਿ ਉੱਥੇ ਦੇਖੋ ਪ੍ਰਧਾਨ ਮੰਤਰੀ ਤੇ 1 ਮਿੰਟ ਵੀ ਫੋਨ ਤੋਂ ਨਹੀਂ ਰਹਿ ਸਕਦੇ, ਉਹਨਾਂ ਦੀ ਸਿਕਿਉਰਿਟੀ ਹੁੰਦੀ ਹੈ ਬਹੁਤ ਸਾਰੀ, ਇੱਕ ਦੇਖੋ ਪ੍ਰੋਟੋਕਾਲ ਹੁੰਦਾ ਹੈ। ਸੰਪਰਕ ਕਿਉਂ ਨਹੀਂ ਹੋ ਪਾਇਆ? ਇਹ ਕਹਿੰਦੇ ਮੈਨੂੰ ਢਾਬੇ 'ਚੋਂ ਜਾਂ ਕਿਸੇ ਹੋਟਲ ਤੋਂ ਫੋਨ ਕੀਤਾ ਸੀਗਾ ਉਹਨਾਂ ਨੇ। ਮਤਲਬ ਬੜੇ ਸਾਰੇ ਸਵਾਲ ਨੇ। ਇਹ ਕੀ ਹੈ, ਹਾਲਾਂਕਿ ਬਾਅਦ ਦੇ ਵਿੱਚੋਂ ਇੰਡੀਅਨ ਗਵਰਨਮੈਂਟ ਨੇ ਬਦਲਾ ਲੈ ਲਿਆ ਸੀ। ਬਾਲਾਕੋਟ ਦੇ ਵਿੱਚ 12 ਦਿਨਾਂ ਬਾਅਦ ਦੀ ਸਟ੍ਰਾਈਕ ਕੀਤੀ ਸੀ ਤੇ ਬਹੁਤ ਸਾਰੇ ਜਿਹੜੇ ਅੱਤਵਾਦੀ ਇਸ ਹਮਲੇ ਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਮਾਰ ਦਿੱਤਾ ਸੀ। ਤੇ ਉਹਦੇ ਤੇ ਵੀ ਹੁਣ ਕਾਂਗਰਸ ਨੇ ਜਦੋਂ ਉਹਨਾਂ ਨੂੰ ਪੁੱਛਗਿੱਛ ਵਾਸਤੇ ਆਇਆ ਤੇ ਕਾਂਗਰਸ ਦੀ ਕੀ ਤੇ ਆਮ ਆਦਮੀ ਪਾਰਟੀ ਕੀ, ਇਹ ਸਾਰੇ ਇੱਕੋ ਸੁਰ 'ਚ ਹੋ ਗਏ, ਕਹਿੰਦੇ ਇਹ ਤਾਂ ਹੋਣਾ ਹੀ ਸੀਗਾ। ਪਰ ਹੁਣ ਦੇਖੋ ਸਵਾਲ ਇਹ ਹੈ ਕਿ ਵੀ ਜੇ ਇਹਨਾਂ ਦੇ ਆਰੋਪ ਸੱਚੇ ਹੈ ਤੇ ਫਿਰ ਤੇ ਬਹੁਤ ਚਿੰਤਾ ਦਾ ਵਿਸ਼ਾ ਹੈ। ਹੁਣ ਇਹ ਵੀ ਇਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਰਾਜਪਾਲ ਸੀਗਾ ਤੇ ਮੇਰੇ ਕੋਲ ਇੱਕ BJP ਇਹਨਾਂ ਦੇ RSS ਦੇ ਨਾਮ ਵੀ ਲਿਆ ਸੀ ਇਹਨਾਂ ਨੇ, ਤੇ ਕਹਿੰਦੇ ਵੀ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇੱਕ ਸੀਗਾ ਕਹਿੰਦੇ ਵੀ ਕੋਈ ਬੀਮਾ ਯੋਜਨਾ ਸੰਬੰਧੀ ਫਾਈਲ ਹੈ ਵੀ ਤੁਸੀਂ ਅਪਰੂਵ ਕਰ ਦਿਓ, ਤੇ ਕਹਿੰਦੇ ਮੈਂ ਜਦੋਂ ਨਹੀਂ ਕੀਤੀ ਤੇ ਮੈਨੂੰ ਉਹਨੇ ਇਹ ਕਿਹਾ ਵੀ ਮੈਂ ਅਪਰੂਵ ਕਰਾ ਲੂੰਗਾ। ਫਿਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਇੱਕ ਦਿਨ ਮੇਰੀ ਅਪਾਇੰਟਮੈਂਟ ਸੀਗੀ ਰਾਸ਼ਟਰਪਤੀ ਸਾਹਿਬ ਮੈਡਮ ਨਾਲ, ਦ੍ਰੋਪਦੀ ਮੁਰਮੂ ਦੇ ਨਾਲ, ਤੇ ਮੈਂ ਉਹਨਾਂ ਨੂੰ ਮਿਲਣ ਜਾ ਰਿਹਾ ਸੀ ਤੇ ਮੈਨੂੰ ਰਸਤੇ 'ਚ ਫੋਨ ਆ ਗਿਆ ਵੀ ਤੁਹਾਡੀ ਅੱਜ ਅਪਾਇੰਟਮੈਂਟ ਕੈਂਸਲ ਆ। ਫਿਰ ਇਹ ਕਹਿੰਦੇ ਵੀ ਇੱਕ ਪੂਰੀ ਇੱਕ ਲਿਸਟ ਕਿਹਨੂੰ ਰਾਸ਼ਟਰਪਤੀ ਮਿਲੂ ਕਿਹਨੂੰ ਨਹੀਂ ਮਿਲੇਗੀ, ਇੱਕ PMO ਉਸ ਵੇਲੇ ਲਿਸਟ ਜਾਂਦੀ ਹੈ, ਉੱਥੋਂ ਅਪਰੂਵ ਹੋ ਕੇ ਆਉਂਦੀ ਹੈ। ਮਤਲਬ ਇਹ ਇੱਥੋਂ ਤੱਕ ਇਹਨਾਂ ਨੇ ਆਰੋਪ ਲਾਏ ਸੀ। ਤੇ ਹੁਣ ਦੇਖੋ ਗੱਲ ਇਹ ਹੈ ਕਿ ਇੱਕ ਇਹਨਾਂ ਨੇ ਬਿਜਲੀ ਪਰਿਯੋਜਨਾ ਦੀ ਵੀ ਗੱਲ ਕੀਤੀ ਸੀ ਵੀ ਉੱਥੇ ਕਹਿੰਦੇ ਜਿਹੜੇ ਨਿਰਮਾਣ ਹੋਇਆ 2200 ਕਰੋੜ ਰੁਪਏ, ਉਹਦੇ 'ਚ ਵੀ ਕਹਿੰਦੇ ਵੀ ਕਾਫੀ ਘਪਲਾ ਹੋਇਆ। ਹੁਣ ਸੱਚ ਕੀ ਹੈ ਝੂਠ ਕੀ ਹੈ, ਦੇਖੋ ਇਹ ਤੇ ਅਦਾਲਤਾਂ ਜਦੋਂ ਜਾਂਚ ਹੋਏਗੀ, ਜਾਂਚ ਏਜੰਸੀਆਂ ਜਾਂਚ ਕਰਨਗੀਆਂ। ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਪਿਛਲੇ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਸੁਪਰੀਮ ਕੋਰਟ 'ਚ ਗਈਆਂ ਸਨ ਤੇ ਇਹ ਕਿਹਾ ਸੀ ਵੀ ਕੇਂਦਰ ਸਰਕਾਰ CBI ਤੇ ED ਦਾ ਦੁਰਉਪਯੋਗ ਕਰ ਰਹੀ ਹੈ। ਪਰ BJP ਵਾਲੇ ਕਹਿੰਦੇ ਨੇ ਵੀ ਇਹਨਾਂ ਨੂੰ ਭ੍ਰਸ਼ਟਾਚਾਰੀਆਂ ਨੂੰ ਜਿਹੜਾ ਏਜੰਸੀਆਂ ਦਾ ਖੌਫ, ਇਹਨਾਂ ਦੇ ਜਿਹੜੇ ਕਾਲੇ ਕਾਰਨਾਮੇ ਆ ਉਹਨਾਂ ਦਾ ਖੌਫ ਸਤਾ ਰਿਹਾ। ਮਤਲਬ ਕੁੱਲ ਮਿਲਾ ਕੇ ਇਹ ਤੇ ਹੁਣ ਜਾਂਚ ਦਾ ਵਿਸ਼ਾ ਹੈ। ਆਉਣ ਵਾਲੇ ਟਾਈਮ 'ਚ ਕੀ ਸਾਹਮਣੇ ਆਏਗਾ ਕੀ ਨਹੀਂ ਆਏਗਾ, ਜਦੋਂ ਆਏਗਾ ਅਸੀਂ ਆਪਣੇ ਦਰਸ਼ਕਾਂ ਨੂੰ ਉਹਦੇ ਨਾਲ ਜਾਣੂ ਕਰਾ ਦਿਆਂਗੇ। ਪਰ ਡਾਕਟਰ ਸਾਹਿਬ ਡਰੱਗ ਮਾਮਲੇ ਨੂੰ ਲੈ ਕੇ ਰਾਜਜੀਤ ਸਿੰਘ ਜੀ ਅਤੇ ਇੰਦਰਜੀਤ, ਇਹਨਾਂ ਦੋਵਾਂ ਦੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਨੇ ਤੇ ਹੁਣ ਕਿਹਾ ਜਾ ਰਿਹਾ ਕਿ ਨਵਾਂ ਖੁਲਾਸਾ ਹੋ ਰਿਹਾ ਹੈ ਇਹਨਾਂ ਦੇ ਮਾਮਲੇ ਵਿੱਚ, ਨਵੀਂ ਸ਼ਮੂਲੀਅਤ ਹੋਈ। ਦੇਖੋ ਕਹਿੰਦੇ ਵੀ ਹੁਣ ਬਰਖਾਸਤ AIG ਹੈ PPS ਅਧਿਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਬਰਖਾਸਤ ਕਰਤਾ ਸੀਗਾ ਵੀ ਉਹ ਕਹਿੰਦੇ ਵੀ ਰਾਜਜੀਤ ਨੇ ਕਿੱਥੇ ਪ੍ਰਾਪਰਟੀ ਖਰੀਦੀ, ਕਿਹੜੇ ਕਾਲੋਨਾਈਜ਼ਰ ਨਾਲ ਇਹਨਾਂ ਦੇ ਸੰਬੰਧ ਹੈ, ਵਿਜੀਲੈਂਸ ਉਹਦੀ ਵੀ ਜਾਂਚ ਕਰ ਲਵੇਗੀ। ਪਰ ਜਿਹੜਾ ਸਵਾਲ ਇਹ ਆਉਂਦਾ ਨਾ ਜੀ, ਰਾਜਜੀਤ ਕਹਿੰਦੇ ਵੀ 2013 ਦੇ ਵਿੱਚ ਪਿਕਚਰ 'ਚ ਆਇਆ, ਉਸ ਤੋਂ ਬਾਅਦ ਉਹਨੂੰ ਪ੍ਰਮੋਸ਼ਨਾਂ ਦਿੱਤੀਆਂ ਇੰਦਰਜੀਤ ਇੰਸਪੈਕਟਰ ਨੂੰ, ਤੇ ਅੱਜ ਤੇ ਇਹ ਨਸ਼ਾ ਤਾਂ ਪਹਿਲੇ ਦਾ ਵੇਚਦਾ ਤੇ ਰਾਜਜੀਤ ਦੇ ਨਾਲ ਹੋਰ ਕਿਹੜੇ ਲੋਕ ਸੀਗੇ, ਪੋਲੀਟੀਕਲ ਬੰਦਿਆਂ ਨੂੰ ਕੀ ਬਚਾਇਆ ਜਾ ਰਿਹਾ ਜਾਂ ਹੋਰ ਜਿਹੜੇ ਅਫਸਰ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ। ਇਹ ਇੱਕ ਬਹੁਤ ਵੱਡਾ ਨੈਕਸਸ ਹੈ। ਦੇਖੋ ਪ੍ਰਿੰਸ ਇਹ ਸਮਝ ਤੋਂ ਬਾਹਰ ਹੈ। ਇਹ ਲੋਕ ਬੜੇ ਤਾਕਤਵਰ ਨੇ, ਦੇਖੋ ਹੁੰਦਾ ਕੁਛ ਨਹੀਂ ਇਹਨਾਂ ਤੇ।
ਤੁਹਾਨੂੰ ਜਦੋਂ ਕਹਿੰਦੇ ਵੀ ਅੰਦਰ ਜਾਣ ਦੀ ਕਿਹੜੀ ਗੱਲ ਹੈ, ਪਹਿਲੇ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਆਰੋਪ ਸੀਗੇ, ਬਾਦਲ ਜਿਹੜੇ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ, ਇਹਨਾਂ ਦੋਨੋਂ ਨੂੰ ਅੰਦਰ ਤੱਕ ਜਾਣਾ ਪੈ ਗਿਆ ਸੀਗਾ ਇੱਕ ਵਾਰੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅੰਦਰ ਕਰਤਾ ਸੀ। ਕੈਪਟਨ ਅਮਰਿੰਦਰ ਸਿੰਘ ਆਰੋਪਾਂ 'ਚ ਘਿਰੇ ਰਹੇ। ਮਤਲਬ ਹੁਣ ਕਹਿੰਦੇ ਆ ਵੀ ਵਿਜੀਲੈਂਸ ਨੇ ਇਹ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਹੜੇ ਤਸਕਰਾਂ ਨਾਲ ਇਹਨਾਂ ਦੇ ਸੰਬੰਧ ਰਹੇ, ਤੇ ਇਹ ਵੀ ਕਿਹਾ ਜਾ ਰਿਹਾ ਬਹੁਤ ਸਾਰੇ ਜਿਹੜੇ ਤਸਕਰ ਨੇ ਨਾ ਉਹ ਤਰਨਤਾਰਨ, ਗੁਰਦਾਸਪੁਰ ਜਿਹੜੇ ਅਤੇ ਹੁਸ਼ਿਆਰਪੁਰ ਇਹਨਾਂ ਜੇਲ੍ਹਾਂ 'ਚ ਬੰਦ ਆ, ਤੇ ਇੰਦਰਜੀਤ ਨੇ ਕਈਆਂ ਨੂੰ ਫੜਿਆ, ਕਈਆਂ ਨੂੰ ਛਡਾਤਾ, ਜਿਹੜੇ ਛੁੱਟ ਗਏ ਉਹਨਾਂ ਤੇ ਵੀ ਵਿਜੀਲੈਂਸ ਦੀ ਨਜ਼ਰ ਆ। ਪਰ ਇਹਨੂੰ ਇੱਕ ਪੂਰਾ ਟਾਈਮ ਚਾਹੀਦਾ, ਇੱਕ ਪੂਰੀ ਵਰਕ ਫੋਰਸ ਚਾਹੀਦੀ ਹੈ ਇਹਦੀ ਸਾਰੀ ਜਿਹੜੀ ਹੈ ਉਹਦੇ ਵਾਸਤੇ ਇਨਵੈਸਟੀਗੇਸ਼ਨ ਵਾਸਤੇ, ਕਿਉਂਕਿ ਬਹੁਤ ਲੰਬੀ ਹੁੰਦੀ ਹੈ ਜਿੰਨੀ ਫਿਰ ਲੰਬੀ ਹੁੰਦੀ ਹੈ ਰੋਜ਼ ਨਵਾਂ ਕੇਸ। ਇਹ ਵੀ ਕਿਹਾ ਜਾ ਰਿਹਾ ਵੀ ਜਿੰਨਾ ਚਿਰ ਉਹ ਰਾਜਜੀਤ ਦਾ ਮਸਲਾ ਉਹਨਾਂ ਚਿਰ ਹੈਵੀ ਰਹੇਗਾ ਜਿੰਨਾ ਚਿਰ ਇਹ ਤੋਂ ਵੱਡਾ ਕੇਸ ਕੋਈ ਬਾਹਰ ਨਹੀਂ ਆ ਜਾਂਦਾ। ਤੁਸੀਂ ਦੇਖਿਆ ਇਹ ਮੀਡੀਆ ਦੇ ਵਿੱਚ 1 ਦਿਨ 2 ਦਿਨ 3 ਦਿਨ ਹੌਲੀ ਪਹਿਲੇ ਪੇਜ ਤੇ ਖਬਰਾਂ ਆਉਂਦੀਆਂ, ਪਹਿਲੇ ਫਰੰਟ ਹੈਡਲਾਈਨ ਹੁੰਦੀ ਹੈ, ਫਿਰ ਦੂਜੀ ਤੀਜੀ ਖਬਰ ਹੋ ਜਾਂਦੀ ਹੈ, ਫਿਰ ਚੌਥੀ ਪੰਜਵੀਂ ਹੋ ਜਾਂਦੀ ਹੈ, ਅਗਲੇ ਦਿਨ ਅੰਦਰ ਸ਼ਿਫਟ ਹੋ ਜਾਂਦੀ ਹੈ, ਵੱਡਾ ਕੇਸ ਕੋਈ ਹੋਰ ਆ ਜਾਂਦਾ, ਫਿਰ ਹੌਲੀ ਉਹ ਖਬਰ ਮੁੱਕ ਜਾਂਦੀ ਹੈ ਵੀ ਕੀ ਇਸ ਤਰ੍ਹਾਂ ਹੋਏਗਾ। ਹੁਣ ਇਹ ਵੀ ਹੈ ਕਿ ਰਾਜਜੀਤ ਨੂੰ ਫੜਨ ਵਾਸਤੇ ਛਾਪਾਮਾਰੀ ਤਾਂ ਕੀਤੀ ਜਾ ਰਹੀ ਹੈ, ਪਰ ਰਾਜਜੀਤ ਹਜੇ ਫੜਿਆ ਨਹੀਂ ਜਾ ਰਿਹਾ, ਤੇ ਇਹ ਕਿਆ ਸਲਾਏ ਜਾ ਰਹੇ ਸੀ ਵੀ ਪਹਿਲੇ ਉਹ ਸਰੈਂਡਰ ਕਰ ਸਕਦਾ ਤੇ ਹੁਣ ਕਰੇਗਾ ਕਿ ਨਹੀਂ ਕਰੇਗਾ। ਪਰ ਇਹ ਦੇਖੋ ਜਿਹੜੇ ਲੋਕਾਂ ਤੇ ਜਿਹੜੇ ਜ਼ਿੰਮੇਵਾਰੀ ਕੀ ਹੈ ਪੁਲਿਸ ਤੇ, ਦੇਖੋ ਪੁਲਿਸ ਜੇ ਨਾ ਹੋਏ ਤੇ ਅਰਾਜਕਤਾ ਫੈਲ ਜੇ। ਅਸੀਂ ਫਿਰ ਕਹਿੰਦੇ ਆ ਵੀ ਸਾਰੇ ਦੇ ਸਾਰੇ ਅਧਿਕਾਰੀ ਨਹੀਂ, ਕੁਝ ਅਧਿਕਾਰੀ ਐਸੇ ਜਿਹੜੇ ਪੈਸੇ ਦੇ ਲਾਲਚ ਵਾਸਤੇ ਦੜਾ ਸੱਟਾ ਕਾਰੋਬਾਰੀਆਂ ਨੂੰ, ਨਸ਼ੇ ਦੇ ਕਾਰੋਬਾਰ ਨੂੰ ਬੜਾਵਾ ਦਿੰਦੇ ਆ, ਉਹ ਬੰਦ ਹੋਣਾ ਚਾਹੀਦਾ। ਨਸਲਾਂ ਬਰਬਾਦ ਹੋ ਰਹੀਆਂ, ਕਿੰਨਾ ਚਿਰ ਦੇਖੋ ਮਰਨਾ ਤੇ ਸਭ ਨੇ ਤੈਅ ਸੱਚ ਆ ਵੀ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਇੱਥੇ ਵੀ ਇਸ ਧਰਤੀ ਤੇ ਰਹਿਣਾ, ਬਹੁਤ ਸਾਰੇ ਜਿਹੜੇ ਨਹੀਂ ਰਹੇ, ਤੇ ਇਸ ਕਰਕੇ ਰਹਿਣਾ ਤੇ ਇੱਥੇ ਕਿਸੇ ਨਹੀਂ ਵੀ ਆਪਣੀ ਜ਼ਿੰਮੇਵਾਰੀ ਤੁਸੀਂ ਠੀਕ ਢੰਗ ਨਾਲ ਨਿਭਾਈ ਜਾਂ ਨਹੀਂ ਨਿਭਾਈ, ਇਹਦਾ ਜਵਾਬ ਕਿਤੇ ਨਾ ਕਿਤੇ ਤੇ ਦੇਣਾ ਹੀ ਨਾ। ਕਿਸੇ ਨੂੰ ਤੇ ਤੁਸੀਂ ਰੱਬ ਨੂੰ ਮੰਨਦੇ ਹੋਗੇ ਨਾ, ਕਿਤੇ ਤੇ ਉੱਠ ਕੇ ਸਵੇਰੇ ਮੱਥਾ ਟੇਕਦੇ ਹੋਗੇ ਨਾ, ਆਪਣੀ ਅੰਤਰਾਤਮਾ ਨੂੰ ਕਦੀ ਤੇ ਦੱਸੋਗੇ ਨਾ। ਮੈਂ ਤੇ ਕਿਸੇ ਦੇ ਸੁਣ ਰਿਹਾ ਸੀਗਾ, ਉਹ ਕਹਿੰਦਾ ਵੀ ਮੇਰਾ ਜੀ ਕਰਦਾ ਮੈਂ ਨਾਮ ਨਹੀਂ ਲੈਣਾ, ਬਹੁਤ ਵੱਡੇ ਲੀਡਰ ਨੇ, ਉਹਨਾਂ ਦੇ ਕੋਲ ਜਾਵਾਂ ਤੇ ਉਹਨਾਂ ਨੂੰ ਇਹ ਪੁੱਛਾਂ ਵੀ ਜੋ ਫੈਸਲੇ ਤੁਸੀਂ ਕੀਤੇ ਆਪਣੇ ਪਰਿਵਾਰ ਦੇ ਦਬਾਅ 'ਚ ਆ ਕੇ ਜਾਂ ਆਪਣੇ ਕਿਸੇ ਨੇੜਲਿਆਂ ਦੇ ਦਬਾਅ 'ਚ ਆ ਕੇ, ਹੁਣ ਤਾਂ ਤੁਹਾਡੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ। ਦੇਖੋ ਇਕੱਲੇ ਬੈਠੇ ਬੰਦੇ ਨੂੰ ਦਿਸਦਾ ਹੀ ਹੈ ਨਾ, ਰੱਬ ਨਾਲ ਗੱਲ ਹੁੰਦੀ ਹੈ ਜਦੋਂ ਵੀ ਕੀ ਤੁਸੀਂ ਇਹ ਸੋਚਿਆ ਸੀ ਵੀ ਕਦੀ ਵੀ ਪੰਜਾਬ ਇਸ ਤਰ੍ਹਾਂ ਵੀ ਹੋ ਜਾਏਗਾ, ਵੀ ਕੀ ਤੁਸੀਂ ਉਹ ਫੈਸਲੇ ਠੀਕ ਲਏ। ਇਸ ਕਰਕੇ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਪੈਸੇ ਤੁਹਾਨੂੰ ਚਾਹੀਦੇ ਜਿਹਨੇ ਤੁਹਾਨੂੰ ਮਿਲ ਰਹੇ ਆ, ਠੀਕ, ਬਹੁਤ ਸਾਰੇ ਤਰੀਕੇ ਆ, ਤੁਸੀਂ ਉਹਨਾਂ ਤੋਂ ਪੈਸਾ ਕਮਾਇਆ, ਤੇ ਨਹੀਂ ਜਿਹਨੂੰ ਮਰਜ਼ੀ ਫੜ ਲਿਆ, ਜਿਹਨੂੰ ਮਰਜ਼ੀ ਅੰਦਰ ਕਰਤਾ। ਦੇਖੋ ਇਹ ਤੇ ਬਹੁਤ ਵੱਡਾ ਕ੍ਰਾਈਮ ਹੈ। ਕਾਨੂੰਨ ਜਿਨ੍ਹਾਂ ਨੇ ਬਣਾਉਣਾ ਹੈ, ਦੁੱਖ ਇਹ ਹੈ ਕਿ ਉਹ ਕਾਨੂੰਨ ਬਣਾਉਣ ਵਾਲੇ ਵੀ ਬਹੁਤ ਸਾਰੇ ਅਪਰਾਧੀ। ਅੱਜ ਹੀ ਮੈਂ ਪੜ੍ਹ ਰਿਹਾ ਸੀ ਅਤੀਕ ਅਹਿਮਦ ਤੇ ਉਹਦਾ ਭਰਾ ਜਿਹੜਾ ਅਸ਼ਰਫ ਅਹਿਮਦ ਮਾਰਿਆ, ਉਹਨੂੰ ਲੈ ਕੇ ਹੁਣ ਅਲ-ਕਾਇਦਾ ਨੇ ਧਮਕੀ ਦੇ ਦਿੱਤੀ ਹੈ। ਦੇਖੋ ਕਿੱਥੇ ਤੱਕ ਗੱਲ ਚੱਲੀ ਵੀ ਇੱਕ ਮਾਫੀਆ ਡਾਊਨ ਮਰਿਆ, ਹਾਲਾਂਕਿ ਉਹਨੂੰ ਜਿਹੜਾ ਮਾਰਿਆ ਗਿਆ ਉਹ ਤਰੀਕਾ ਠੀਕ ਨਹੀਂ ਸੀ, ਪਰ ਇਹ ਥੋੜੀ ਹੈ। ਦੇਖੋ 100 ਤੋਂ ਵੱਧ ਉੱਤੇ ਮਾਮਲੇ, ਕਿਸ ਤਰ੍ਹਾਂ ਲੋਕਾਂ ਦੀਆਂ ਪ੍ਰਾਪਰਟੀਆਂ, ਆਪਣੇ ਰਿਸ਼ਤੇਦਾਰਾਂ ਦੀਆਂ ਪ੍ਰਾਪਰਟੀਆਂ ਹੜਪ ਲੈਂਦਾ ਸੀਗਾ, ਤੇ ਕੱਲ ਇੱਕ ਥਾਂ ਤੇ ਉਹਦੇ ਅਤੀਕ ਅਹਿਮਦ ਜਿੰਦਾਬਾਦ ਦੇ ਨਾਰੇ ਵੀ ਲੱਗੇ। ਮਤਲਬ ਕਿੱਧਰ ਨੂੰ ਜਾ ਰਹੇ ਆ ਸਾਡਾ ਤੇ ਦੇਖੋ ਨਾ ਹਾਲ। ਉਹ ਲੋਕ ਅਸੀਂ ਵਾਰ-ਵਾਰ ਕਿਉਂ ਕਹਿੰਦੇ ਜਾਗਰੂਕ ਹੋਵੋ ਵੀ ਆਪਣਾ ਚੋਗਾ ਚੁਗਣ 'ਚ ਮਸਤ ਨਾ ਹੋ, ਵੀ ਤੁਹਾਡਾ ਹਾਲ ਉਹ ਕਸਾਈ ਦੀਆਂ ਮੁਰਗੀਆਂ ਵਾਲਾ ਨਾ ਹੋਵੇ ਵੀ 100 ਮੁਰਗੀਆਂ ਬੰਦ ਆ ਤੇ ਇੱਕ ਨੂੰ ਕਸਾਈ ਕੱਢਦਾ ਤੇ ਮਰੋੜ ਦਿੰਦਾ ਤੇ ਬਾਕੀ ਨੇ ਚੋਗਾ ਚੁਗਣ ਲੱਗ ਪੈਂਦੀਆਂ। ਚੁੱਪ ਨਾ ਰਹੋ, ਸਵਾਲ ਪੁੱਛੋ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਲੋਕਤੰਤਰ 'ਚ ਆਮ ਬੰਦੇ ਨੂੰ ਬਹੁਤ ਅਧਿਕਾਰ ਦਿੱਤੇ ਆ, ਆਪਣੇ ਅਧਿਕਾਰਾਂ ਤੋਂ ਜਾਣੋ। ਉਹ ਪੁੱਛੋ ਇਹਨਾਂ ਨੂੰ, ਕਿਉਂ ਨਹੀਂ ਪੁੱਛਣਾ ਇਹਨਾਂ ਨੂੰ? ਤੁਹਾਡੇ ਦਿੱਤੇ ਟੈਕਸ ਦੇ ਪੈਸੇ ਤੋਂ ਉਹਨਾਂ ਨੂੰ ਤਨਖਾਹਾਂ ਮਿਲਦੀਆਂ, ਇਹਨਾਂ ਦਾ ਪਰਿਵਾਰ ਪਲਦਾ, ਇਹ ਸਾਰੀ ਐਸ਼ ਪ੍ਰਸਤੀ ਕਰਦੇ ਨੇ ਵੀ ਕਿਸ ਤਰ੍ਹਾਂ। ਹੁਣ ਦੇਖੋ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਕੈਬਨਿਟ ਮਿਨਿਸਟਰ, ਉਹਨਾਂ ਨੇ ਇੱਕ ਦਿਨ ਕਿਹਾ ਸੀਗਾ ਵੀ ਕਹਿੰਦੇ ਵੀ ਇਹਨਾਂ ਦਾ ਨਾ ਕੋਈ ਧੀ ਕੰਮ ਕਰਦਾ ਨਾ ਪੁੱਤ ਕੰਮ ਕਰਦਾ, ਵੀ 1-2 ਏਕੜ ਜਿਹਨਾਂ ਨੇ ਕੋਠੀਆਂ ਪਾਈਆਂ। ਮੇਰੀ ਗੱਲ ਹੋਈ ਸੀ ਉਹਨਾਂ ਨਾਲ 2-3 ਦਿਨ ਪਹਿਲੇ, ਉਹ ਕਹਿੰਦੇ 1 ਮਈ ਤੋਂ ਫਿਰ ਸ਼ੁਰੂ ਕਰ ਰਹੇ ਆਪਾਂ। ਦੇਖੋ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ 1 ਤਰੀਕ ਤੋਂ ਸ਼ੁਰੂ ਹੋਏਗਾ ਕਿ ਨਹੀਂ ਹੋਏਗਾ। ਭੰਡਾਰੀ ਸਾਹਿਬ, ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਇਹ ਨਜਾਇਜ਼ ਮਾਈਨਿੰਗ ਦੇ ਖਿਲਾਫ ਕਾਫੀ ਸਖਤ ਰਹੀ ਹੈ ਤੇ ਉਹਨਾਂ ਵੱਲੋਂ ਕੁਝ ਖੱਡਾਂ ਬੰਦ ਕਰਵਾਈਆਂ ਵੀ ਗਈਆਂ, ਤੇ ਹੁਣ ਉਹਦੇ ਉਲਟੀ ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਤੇ ਕੱਲ ਇੱਕ ਖੱਡਾਂ ਜਿਹੜੀਆਂ ਉਹ ਰੇਤਾ ਵਾਸਤੇ ਖੋਲੀਆਂ ਗਈਆਂ ਆਮ ਲੋਕਾਂ ਦੇ ਲਈ। ਖੱਡਾਂ ਉਹਨਾਂ ਨੇ ਬੰਦ ਨਹੀਂ ਕਰਾਈਆਂ, ਉਹਨਾਂ ਨੇ ਅਵੈਧ ਖਨਨ ਜਿਹੜਾ ਬੰਦ ਕਰਾਇਆ, ਉੱਤੇ ਕਾਬੂ ਪਾਇਆ। ਦੇਖੋ ਪਰ ਕੀ ਕਿਹਾ ਜਾ ਰਿਹਾ ਸੀ ਕਿ ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲੀ। ਮੈਨੂੰ ਤੁਸੀਂ ਵੀ ਦੱਸਿਆ ਵੀ ਤੁਸੀਂ ਘਰ ਕੰਸਟਰਕਸ਼ਨ ਕਰਾਉਂਦੇ ਜੇ ਤੇ ਤੁਹਾਨੂੰ ਰੇਤ ਜਿਹੜੀ ਮਹਿੰਗੀ ਮਿਲੀ, ਪਰ ਮਾਨ ਸਾਹਿਬ ਨੇ ਕੀ ਕਿਹਾ? ਦੇਖੋ ਸਰਕਾਰ ਦੀ ਮਨਸ਼ਾ ਕਲੀਅਰ ਹੈ, ਕਿਸੇ ਨੂੰ ਛੱਡ ਨਹੀਂ ਰਹੇ। ਕੱਲ ਤੁਸੀਂ ਦੇਖੋ ਵੀ ਆਪਣੇ ਉਹਨਾਂ ਦੇ ਵਿਧਾਇਕ ਨੇ ਗੋਲਡੀ ਕੰਬੋਜ MLA ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਨੂੰ ਹਰਾਇਆ ਸੀ,
ਉਹਨਾਂ ਦੇ ਪਿਤਾ ਦੇ ਉੱਪਰ ਆਰੋਪ ਲੱਗਦੇ ਵੀ ਉਹਨਾਂ ਨੇ 10 ਲੱਖ ਰੁਪਏ ਇੱਕ ਪ੍ਰਾਪਰਟੀ ਡੀਲਰ ਦੇ ਉੱਤੇ ਕਿਸੇ ਆਰੋਪ ਸੀ, ਪ੍ਰਾਪਰਟੀ ਡੀਲਰ ਨੇ ਲਾਏ ਸੀਗੇ ਵੀ ਇੱਕ ਲੇਡੀ ਦੇ ਨਾਲ ਰਲ ਕੇ ਉਹਨਾਂ ਨੇ ਇਹ ਜਿਹੜਾ ਪੈਸਾ ਮੇਰੇ ਕੋਲੋਂ ਮੰਗਿਆ ਤੇ ਕੁਝ ਪੈਸਾ ਲਿਆ ਵੀ ਹੈ, ਸ਼ਾਇਦ 50,000 ਰੁਪਏ ਜਿਹੜਾ ਲਿਆ ਵੀ ਹੈ। ਹੁਣ ਉਹਦੇ ਤੇ ਵੀ ਉਹਨਾਂ ਤੇ ਵੀ ਪਰਚਾ ਦਰਜ ਕਰ ਲਿਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਉਹਨਾਂ ਦੇ ਫਾਦਰ ਨੂੰ। ਦੇਖੋ ਨਾ ਹੈ ਉਹਨਾਂ ਦਾ ਜਗਦੀਪ ਜਿਹੜੇ ਵਿਧਾਇਕ ਨੇ ਉਹ ਜਗਦੀਪ ਕੰਬੋਜ ਨੇ ਤੇ ਪਿਤਾ ਨੇ ਉਹਨਾਂ ਦੇ ਸੁਰਿੰਦਰ ਕੰਬੋਜ। ਪਹਿਲੇ ਕੀ ਹੁੰਦਾ ਸੀ, ਜਾਂਚ ਹੋਏਗੀ, ਸ਼ਿਕਾਇਤ ਦੇ ਦਿਓ ਜੀ, ਜਾਂਚ ਤੇ ਹੁੰਦੀ ਕੋਈ ਨਹੀਂ ਸੀ। ਬਹੁਤ ਸਾਰੀਆਂ ਜਾਂਚਾਂ ਜਿਹੜੀਆਂ ਰੱਦੀ ਦੀ ਟੋਕਰੀ 'ਚ ਪਈਆਂ, ਲੋਕੀ ਧੱਕੇ ਖਾ ਹਾਰ ਕੇ ਥੱਕ ਜਾਂਦੇ ਸੀ। ਤੇ ਹੁਣ ਹਾਲਾਂਕਿ ਵਿਰੋਧੀ ਤੇ ਕਹਿੰਦੇ ਵੀ ਇਹ ਤੇ ਹੋਣਾ ਹੀ ਸੀ ਇਹ, ਪਰ ਇਹ ਤੁਸੀਂ ਦੇਖੋ ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤੀ। ਪਹਿਲੀ ਵਾਰੀ ਇਹਨਾਂ ਨੇ ਆਪਣਾ ਸਿਹਤ ਮੰਤਰੀ ਅੰਦਰ ਕੀਤਾ, ਠੀਕ ਹੈ ਜੀ, ਵਿਜੇਂਦਰ ਸਿੰਗਲਾ ਜੀ, ਵਿਜੇਂਦਰ, ਤੇ ਫਿਰ ਇਹਨਾਂ ਨੇ ਅੰਦਰ ਕੀਤਾ ਆਪਣਾ ਵਿਜੇ ਸਿੰਗਲਾ ਕੀਤਾ, ਫਿਰ ਅੰਦਰ ਕੀਤਾ ਅਮਿਤ ਰਤਨ ਕੋਟਫੱਤਾ ਜੀ, 4 ਲੱਖ ਰਿਸ਼ਵਤ ਸੀਗੀ। ਆਪਣਾ ਇੱਕ ਫਰਾਰੀ ਫੌਜਾ ਸਿੰਘ ਸਰਾਰੀ ਉਹਨੂੰ ਲਾਤਾ, ਖੋਲਿਆ ਨਾ ਜੀ, ਆਪਣੇ ਐਮਐਲਏ ਦੇ ਪਿਓ ਤੇ ਪਰਚਾ ਦੇ ਦਿੱਤਾ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿੱਥੇ ਵੀ ਅਸੀਂ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੇ ਤੇ ਕਰ ਵੀ ਰਹੇ, ਦਿਖ ਵੀ ਰਿਹਾ ਵੀ ਵਿਰੋਧੀਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਜਿਹੜਾ ਉਹ ਚੰਗਾ ਕੰਮ ਕਰਨ ਦੇ ਤੁਸੀਂ ਤਾਂ ਕਦੀ ਕੀਤਾ ਨਹੀਂ, ਤੁਹਾਡੇ ਤੇ ਆਰੋਪ ਲੱਗ ਰਿਹਾ ਵੀ ਤੁਸੀਂ 10,000 15,000 ਰੁਪਏ ਕਰੋੜ ਦੀਆਂ ਪ੍ਰਾਪਰਟੀਆਂ ਬਣਾ ਲੀਆਂ। ਤਦੇ ਵਿਜੀਲੈਂਸ ਤੁਹਾਨੂੰ ਕੋਈ ਚੀਜ਼ ਤੇ ਵਿਜੀਲੈਂਸ ਕੋਣੀ ਨਾ ਹੱਥ 'ਚ ਜਿਹੜੀ ਬਾਰ-ਬਾਰ ਬੁਲਾਈ ਜਾ ਰਹੀ ਤੁਹਾਨੂੰ, ਕੋਈ ਚੀਜ਼ ਤੇ ਸਰਕਾਰ ਕੋਣੀ ਹੈ ਨਾ, ਕੋਈ ਤੇ ਮਾਨ ਸਾਹਿਬ ਕੋ ਗੱਲ ਪਹੁੰਚੀ ਹੋਣੀ ਨਾ ਜਿਹੜੀ ਕਹਿੰਦੇ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ, ਇੱਥੇ ਹੀ ਤੁਰੇ ਫਿਰਦੇ ਜੇ ਸਾਰੇ ਅੰਦਰ ਜਾਓਗੇ। ਵਿਧਾਨ ਸਭਾ 'ਚ ਉਹਨਾਂ ਨੇ ਕਿਹਾ ਸੀਗਾ, ਤੁਹਾਨੂੰ ਯਾਦ ਹੋਣਾ, ਉਹ ਵੀਡੀਓ ਵੀ ਬੜੀ ਵਾਇਰਲ ਹੋਈ ਸੀਗੀ। ਹੁਣ ਦੇਖੋ ਇਹਨਾਂ ਦੀ ਮਨਸ਼ਾ ਤੇ ਹੈਗੀ, ਇਹਨਾਂ ਨੇ 20 ਖੱਡਾਂ ਜਿਹੜੀਆਂ ਹੋਰ ਖੋਲ ਦਿੱਤੀਆਂ ਤੇ ਸਰਕਾਰ ਦਾ ਕਹਿਣਾ ਵੀ 95 ਖੱਡਾਂ ਜਿਹੜੀਆਂ ਹੋਰ ਖੋਲੀਆਂ ਜਾਣਗੀਆਂ ਤੇ ਉੱਥੇ ਬੰਦਾ ਜਾਵੇ, ਟਰਾਲੀ 'ਚ ਰੇਤਾ ਭਰੇ, ਉੱਥੇ ਕਾਊਂਟਰ ਲੱਗਾ ਹੋਏਗਾ, ਦੱਸੇ ਵੀ ਕਿੰਨੀ ਰੇਤਾ ਕੱਢੀ ਹੈ ਤੇ 5.5 ਰੁਪਏ ਪ੍ਰਤੀ ਸਕੁਅਰ ਫੁੱਟ ਜਿਹੜੀ ਆ ਉਹ ਰੇਤ ਮਿਲੂਗੀ। ਬਹੁਤ ਚੰਗਾ ਪ੍ਰਯਾਸ ਹੈ ਸਰਕਾਰ ਦਾ। ਦੇਖੋ ਕਿਸ ਤਰ੍ਹਾਂ ਰੇਤਾ ਦੇ ਉੱਤੇ ਟੈਕਸ ਲਾਤਾ ਗਿਆ ਸੀ, ਗੁੰਡਾ ਟੈਕਸ ਲਾਤਾ ਗਿਆ ਸੀ। ਉਹਨਾਂ ਨੇ ਸਾਫ਼ ਕਿਹਾ ਵੀ ਕੋਈ ਗੁੰਡਾ ਟੈਕਸ ਨਹੀਂ ਲੱਗੇਗਾ। ਪਹਿਲੇ ਜਿਹੜੀ ਰੇਤਾ ਮਾਨ ਸਾਹਿਬ ਨੇ ਕਿਹਾ ਵੀ ਰੇਤ ਦਾ ਇੱਕ ਪੂਰਾ ਜਿਹੜਾ ਸੰਕਟ ਬਣਿਆ ਸੀ ਤੇ ਕਿੱਦਾਂ ਰੇਤ ਮਾਫੀਆ ਦਾ ਉੱਤੇ ਕਬਜ਼ਾ ਸੀਗਾ ਤੇ ਰੇਤ 30 ਤੋਂ 40 ਰੁਪਏ ਸਕੁਅਰ ਫੁੱਟ ਮਿਲਦੀ ਸੀਗੀ। ਜਦੋਂ ਚਰਨਜੀਤ ਸਿੰਘ ਚੰਨੀ ਸੀਗੇ ਸੀਐਮ ਉਦੋਂ ਵੀ ਇਹ ਹੋਇਆ ਸੀਗਾ, ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਵੀ 5.5 ਰੁਪਏ, ਫਿਰ 9.5 ਰੁਪਏ ਦੀ ਗੱਲ ਹੋਈ, ਪਰ ਮਿਲੀ ਕਿ ਨਹੀਂ ਮਿਲੀ ਲੋਕਾਂ ਨੂੰ, ਲੋਕ ਤੇ ਕਹਿੰਦੇ ਵੀ ਸਾਨੂੰ ਕੱਖ ਨਹੀਂ ਮਿਲੀ। ਪਰ ਹੁਣ ਦੇਖੋ ਸਰਕਾਰ ਦਾ ਜਿਹੜਾ ਇਹ ਪ੍ਰਯਾਸ ਚੰਗਾ, ਲੋਕਾਂ ਨੂੰ ਫਾਇਦਾ ਹੋਏਗਾ, ਜਿਹੜੇ ਉੱਥੇ ਲੇਬਰ ਕੰਮ ਕਰੇਗੀ, ਰੇਤਾ ਪੁੱਟ ਕੇ ਟਰਾਲੀਆਂ 'ਚ ਪਾਊਗੀ, ਉਹਨਾਂ ਨੂੰ ਵੀ ਕੰਮ ਮਿਲੂਗਾ। ਤੇ ਹੁਣ ਆਉਣ ਵਾਲੇ ਟਾਈਮ 'ਚ ਸ਼ਾਇਦ ਸਰਕਾਰ ਇਹਦੇ ਤੇ ਵੀ ਸੋਚ ਰਹੀ ਹੈ ਵੀ ਟਰਾਲੀਆਂ ਵੀ ਆਪਣੀਆਂ ਇੰਤਜ਼ਾਮ ਕੀਤਾ ਜਾਏ ਤੇ ਮੈਨੂੰ ਮੰਨ ਲਓ ਰੇਤ ਚਾਹੀਦੀ ਹੈ, ਮੈਂ ਫੋਨ ਕਰਾਂ ਤੇ ਮੇਰੇ ਘਰੇ ਰੇਤਾ ਪਹੁੰਚ ਜਾਏ, ਕਿਉਂਕਿ ਆਮ ਬੰਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ, ਉਹਨੇ ਆਪਣਾ ਕੰਮਕਾਰ ਵੀ ਕਰਨਾ, ਕਿਹੜਾ ਟਰਾਲੀ ਲੱਭੇਗਾ, ਮਜ਼ਦੂਰ ਉੱਥੇ ਜਾਏਗਾ ਲਏਗਾ। ਸਰਕਾਰ ਇਹਦੇ ਤੇ ਵੀ ਕੰਮ ਕਰ ਰਹੀ ਹੈ। ਕੱਲ ਉਹਨਾਂ ਦੇ ਨਾਲ ਸੀਗੇ ਮੀਤ ਹੇਰ ਸੀਗੇ ਨਾਲ। ਹੁਣ ਉਹ ਕਹਿੰਦੇ ਵੀ ਹੁਣ ਤੱਕ 35 ਰੇਤ ਖਦਾਨਾਂ ਚੋਂ 5.82 ਮੀਟ੍ਰਿਕ ਟਨ ਜਿਹੜੀ ਆ ਉਹ ਲੋਕਾਂ ਨੇ ਜਿਹੜੀ ਖਰੀਦੀ ਹੈ, ਰੇਤ ਖਰੀਦ ਚੁੱਕੀ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀ ਰੇਤ ਹੈ ਇਹਦਾ ਕੋਈ ਸੰਕਟ ਨਹੀਂ ਆਉਣ ਦਿੱਤਾ ਜਾਏਗਾ। ਵੀ ਕੋਈ ਵੇਖੋ ਮਾਨ ਸਰਕਾਰ ਨੂੰ ਜੇ ਲੋਕਾਂ ਨੇ ਵੋਟ ਪਾਈ ਸੀ ਨਾ ਬਦਲਾਅ ਦੇ ਨਾਂ ਤੇ ਬਦਲਾਅ ਤੇ ਦਿਖ ਰਿਹਾ। 9 ਟੋਲ ਪਲਾਜ਼ਾ ਬੰਦ ਕਰਤੇ ਗਏ। ਟੋਲ ਪਲਾਜ਼ਾ ਨੇ ਕਰਨਾ ਕੀ ਹੈ, ਰੋਡ ਟੈਕਸ ਤੁਸੀਂ ਦਿਓ, ਇਹ ਡੰਡਾ ਲਾ ਕੇ ਇਧਰੋਂ ਪੈਸੇ ਲਈ ਜਾਂਦੇ ਇਧਰੋਂ ਵੀ ਲਈ ਜਾਂਦੇ ਆ। ਵੀ ਭਾਵੇਂ ਦਾ ਰਾਜ ਆ, ਜੇ ਤੁਹਾਡੇ ਫਾਸਟ ਟੈਗ ਨਹੀਂ ਲੱਗਾ, ਜੇ 100 ਰੁਪਏ ਟੋਲ ਟੈਕਸ ਆ ਤੇ ਇਹਨਾਂ ਨੇ 200 ਲੈਣਾ, ਫਿਰ ਆਉਣ ਜਾਣ ਦੀ ਤੁਹਾਨੂੰ ਟਿਕਟ ਨਹੀਂ ਦਿੰਦੇ। ਆਪਣੇ ਰੂਲ ਤੇ ਆਪਣੇ ਅਸੂਲ। ਸਰਕਾਰ ਦੇਖੋ ਕੰਮ ਤਾਂ ਚੰਗਾ ਕਰ ਰਹੀ ਹੈ ਤੇ ਇਹ ਵੀ ਤੇ ਜੇ ਚੰਗਾ ਕਰ ਰਹੀ ਹੈ ਤੇ ਲੋਕਾਂ ਨੂੰ ਵੀ ਕਹਿਣਾ ਚਾਹੀਦਾ, ਤੇ ਜੇ ਵਾਕਈ ਜੇ ਚੰਗਾ ਨਹੀਂ ਕਰ ਰਹੀ, ਦੇਖੋ ਹਰ ਦਿਨ ਪ੍ਰਿੰਸ ਕੋਈ ਨਾ ਕੋਈ ਜਿਹੜਾ ਬੰਦਾ ਹੈ ਉਹ ਵਿਜੀਲੈਂਸ ਵੱਲੋਂ ਫੜ ਲਿਆ ਜਾਂਦਾ। ਕੱਲ ਵੀ ਇੱਕ ASI ਨੂੰ ਫੜਿਆ ਹੈ, ਇੱਕ JE ਨੂੰ ਫੜਿਆ ਹੈ। ਮਤਲਬ ਕੋਈ ਦਿਨ ਐਸਾ ਨਹੀਂ ਜਾਂਦਾ ਜਿਸ ਦਿਨ ਕੋਈ ਬੰਦਾ ਨਹੀਂ ਫੜਿਆ ਜਾਂਦਾ ਤੇ ਕਾਰਵਾਈ ਹੋ ਰਹੀ ਹੈ। ਜੇ ਪ੍ਰੂਫ ਦੇ ਸਮੇਤ ਤੁਸੀਂ ਭਗਵੰਤ ਮਾਨ ਮੁੱਖ ਮੰਤਰੀ ਦੇ ਪੋਰਟਲ ਤੇ ਸ਼ਿਕਾਇਤ ਕਰਦੇ ਹੋ ਨਾ ਤੇ ਉੱਤੇ ਕਾਰਵਾਈ ਹੁੰਦੀ ਹੈ। ਇਹ ਨਹੀਂ ਲੋਕਾਂ ਨੇ ਤੇ ਦੇਖੋ ਕਹਿੰਦੇ ਵੀ ਤਾਣਾ ਬਾਣਾ ਇੰਨਾ ਵਿਗੜ ਗਿਆ ਸੀ ਕਿ ਲੋਕਾਂ ਨੂੰ ਜਿਹੜੀਆਂ ਉਮੀਦਾਂ ਨਾ ਮਾਨ ਸਾਹਿਬ ਕੋਲ ਬਹੁਤ ਵੱਧ ਗਈਆਂ। ਤੇ ਹੁਣ ਦੇਖੋ ਆਉਣ ਵਾਲਾ ਜਿਹੜਾ ਹੋਰ ਉਮੀਦ ਕਰਦੇ ਆ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹ ਪੂਰੇ ਕਰਨਗੇ। ਲੋਕਾਂ ਨੂੰ 1000 ਰੁਪਇਆ ਜਨਾਨੀਆਂ ਨੂੰ ਮਿਲੇਗਾ। ਲੋਕ ਸਭਾ ਜਲੰਧਰ ਜਿਮਨੀ ਚੋਣਾਂ ਹੈ, ਜ਼ੋਰ ਪੂਰਾ ਲੱਗਾ ਇਸ ਵੇਲੇ। ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ, BJP ਦਾ। ਕਾਂਗਰਸ ਨੇ ਵੀ ਸੂਚੀ ਜਾਰੀ ਕਰਤੀ 40 ਬੰਦਿਆਂ ਦੀ। ਨਵਜੋਤ ਸਿੰਘ ਸਿੱਧੂ ਨੂੰ 8ਵੇਂ ਨੰਬਰ ਤੇ ਰੱਖਿਆ। ਚਰਨਜੀਤ ਸਿੰਘ ਚੰਨੀ ਫੇਰ ਹੈ ਕਿ ਸਿੱਧੂ ਤੋਂ ਉੱਤੇ ਨੇ। ਚਰਨਜੀਤ ਸਿੰਘ ਚੰਨੀ ਦਾ ਨਾਂ 6ਵਾਂ ਹੈ। ਰੰਧਾਵਾ ਜਿਹੜੇ ਸੁਖਜਿੰਦਰ ਰੰਧਾਵਾ ਪ੍ਰਭਾਰੀ ਵੀ ਬਣਾਏ ਨੇ।
ਰਾਜਸਥਾਨ ਦੇ ਉਹਨਾਂ ਦਾ ਉਤੋਂ ਵੀ ਉੱਪਰ ਹੈ। ਬੀਜੇਪੀ ਨੇ ਵੀ ਆਪਣੀ ਸੂਚੀ ਜਾਰੀ ਕਰਤੀ ਹੈ। ਰਾਜਕੁਮਾਰ ਵੇਰਕਾ ਵੀ ਉਹ 'ਚ ਸ਼ਾਮਲ ਨੇ, ਅੰਮ੍ਰਿਤਸਰ ਤੋਂ, ਉਹ ਵੀ ਸਟਾਰ ਪ੍ਰਚਾਰਕਾਂ ਦੀ ਬੀਜੇਪੀ 'ਚ ਸ਼ਾਮਲ ਨੇ। ਤੇ ਪੂਰਾ ਜ਼ੋਰ ਲੱਗਿਆ, ਕੱਲ ਕੇਜਰੀਵਾਲ ਸਾਹਿਬ ਆਏ ਸੀ, ਮਾਨ ਸਾਹਿਬ ਆਏ ਸੀ, ਮਤਲਬ ਦੇਖੋ ਪੂਰਾ ਜ਼ੋਰ ਲੱਗਿਆ। ਤੇ ਦੇਖੋ ਹੁਣ ਜਿਮਨੀ ਚੋਣਾਂ 'ਚ ਤਾਂ ਅਲਟੀਮੇਟਲੀ ਨਤੀਜਾ ਕੀ ਨਿਕਲ ਜਾਂਦਾ, ਕਿਹਦੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਂਦੀ ਸੀਟ, ਕਾਂਗਰਸ ਦੀ 'ਚ ਪੈਂਦੀ ਹੈ, ਬੀਜੇਪੀ ਵਾਲੇ ਪੂਰਾ ਜ਼ੋਰ ਲਾ ਰਹੇ, ਸੈਂਟਰ ਤੋਂ ਮਿਨਿਸਟਰ ਆ ਰਹੇ, ਵਿਜੇ ਰੂਪਾਨੀ ਸਾਹਿਬ ਜਿਹੜੇ ਐਕਸ-ਸੀਐਮ ਰਹੇ ਨੇ ਉਹ ਵੀ ਆ ਰਹੇ ਨੇ, ਤੇ ਉਹ ਦੂਜੇ ਪਾਸੇ ਅਕਾਲੀ ਦਲ ਤੇ ਬਸਪਾ ਵੀ ਪੂਰਾ ਜ਼ੋਰ ਲਗਾ ਰਿਹਾ। ਡਾਕਟਰ ਸਾਹਿਬ, ਮੁਖਤਾਰ ਅੰਸਾਰੀ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ, ਉਹਨੂੰ ਇੱਥੇ ਰੱਖਣ ਦਾ, ਜੇਲ੍ਹ ਦੇ ਵਿੱਚ ਰੱਖਣ ਦਾ, ਅਤੇ ਉਹਨਾਂ ਦੀ ਐਸ਼ਪ੍ਰਸਤੀ ਨੂੰ ਲੈ ਕੇ ਇੱਕ ਬਿੱਲ ਬਣਿਆ ਜਿਹਦੀ ਭਗਵੰਤ ਮਾਨ ਵੱਲੋਂ ਪਿੱਛੇ ਜਿਹੇ ਟਵੀਟ ਕਰਕੇ ਇੱਕ ਜਾਣਕਾਰੀ ਵੀ ਦਿੱਤੀ ਗਈ ਸੀ। ਤੇ ਹੁਣ ਕਿਹਾ ਜਾ ਰਿਹਾ ਕਿ ਜਿਹੜੀ ਰਿਪੋਰਟ ADGP ਵੱਲੋਂ ਦਿੱਤੀ ਗਈ ਹੈ ਉਹਦੇ ਤੋਂ ਗ੍ਰਹਿ ਮੰਤਰਾਲੇ ਜਿਹੜਾ ਅਸੰਤੁਸ਼ਟ ਨਜ਼ਰ ਆ ਰਿਹਾ। ਦੇਖੋ ਐਸ਼ਪ੍ਰਸਤੀ ਨਹੀਂ, ਉਹ ਦੇਖੋ ਉਹਦਾ ਥੋੜਾ ਜਿਹਾ ਸ਼ਬਦ ਮੈਂ ਠੀਕ ਕਰੂੰਗਾ ਵੀ ਉਹਨਾਂ ਨੂੰ तमाम ਸੁਵਿਧਾਵਾਂ ਮਿਲਦੀਆਂ ਰਹੀਆਂ ਇਹਦੇ ਵਿੱਚ। ਤੇ ਫਿਰ ਜਿਹੜੀ ਕਹਿੰਦੇ ਆ ਵੀ ਉਹਨਾਂ ਤੇ ਜਿਹੜਾ ਆਰੋਪ ਲਾਇਆ ਸੀਗਾ, ਇਹਨਾਂ ਨੇ ਉਹ ਬੇਲ ਹੀ ਨਹੀਂ ਮੰਗੀ ਆਪਣੀ ਕਦੀ। ਦੇਖੋ ਬੰਦੇ ਨੂੰ ਕਿਤੇ ਪੁਲਿਸ ਫੜ ਲੈਂਦੀ, ਉਹਦੀ ਬੇਲ ਤੇ ਮੰਗਦੇ ਨਾ ਇਹ। ਤੇ ਕਿੰਨੀ ਵਾਰੀ ਮੰਗਿਆ ਇਹਨਾਂ ਨੂੰ, ਉੱਥੋਂ UP ਵਾਲੇ ਕਹਿੰਦੇ ਨੇ ਵੀ ਦੇ ਦਿਓ ਸਾਨੂੰ 40-45 ਕੇਸਾਂ 'ਚ ਬੰਦਾ ਚਾਹੀਦਾ। ਯਾਰ ਤੁਹਾਡੇ ਤੇ ਕੇਸ ਆ, ਉਹ ਵੀ ਫਰਜ਼ੀ ਕਾਲ ਆ, ਕਿ ਇਹਨੇ ਕਿਹਾ ਮੈਨੂੰ ਫੋਨ ਤੇ ਧਮਕੀ ਦਿੱਤੀ 10 ਕਰੋੜ ਰੁਪਈਆ ਮੇਰੇ ਕੋਲ ਲਿਆ ਮੰਗਿਆ, ਤੇ ਤੁਸੀਂ ਉੱਥੋਂ ਲੈ ਆਇਓ, ਮੈਨੂੰ ਵਾਪਸ ਕਰ ਦਿਓ। ਵਾਪਸ ਤਾਂ ਨਹੀਂ ਕੀਤਾ, 55 ਲੱਖ ਰੁਪਇਆ ਬਣ ਕੇ ਆ ਗਿਆ ਸਰਕਾਰ ਨੂੰ ਬਿੱਲ। ਮਾਨ ਸਾਹਿਬ ਕਹਿੰਦੇ ਹੁਣ ਵੀ ਅਸੀਂ ਇਹ ਪੈਸਾ ਉਹਦੇ ਕੋਲ ਵਸੂਲ ਕਰਾਂਗੇ ਜਿਹੜਾ ਉਦੋਂ ਮੰਤਰੀ ਸੀ, ਕਾਨੂੰਨੀ ਰਾਏ ਲੈ ਰਹੇ ਹਾਂ। ਹੁਣ ਇਹਦੀ ਜਿਹੜੀ ਰਿਪੋਰਟ ਕਰ ਰਹੇ ਨਾ ਜੀ, ਇਹਦੀ ਸਾਰੀ ਦੀ ਸਾਰੀ ਇਸ ਮਾਮਲੇ ਦੀ ਜਾਂਚ ਜਿਹੜੀ ਕਰ ਰਹੇ ਸੀ ਉਹ ਹੈਗੇ ਨੇ ADGP RN ਟੋਕੇ। ਉਹਨਾਂ ਨੇ ਜਿਹੜੀ ਰਿਪੋਰਟ ਆਪਣੀ ਹੋਮ ਮਿਨਿਸਟਰੀ ਨੂੰ ਦਿੱਤੀ ਹੈ, ਪਰ ਕਹਿੰਦੇ ਵੀ ਉਸ ਜੋ ਸਾਹਮਣੇ ਆ ਰਹੀਆਂ ਗੱਲਾਂ ਵੀ ਕਹਿੰਦੇ ਉਸ ਰਿਪੋਰਟ ਤੋਂ ਕਿਤੇ ਨਾ ਕਿਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਹੁਣ ਉਹਦੇ ਵਿੱਚ ਕਿਸੇ ਵੀ ਕਹਿੰਦੇ ਵੀ ਲੀਡਰ ਦਾ ਨਾਂ ਨਹੀਂ ਹੈ, ਵੀ ਆਖਰਕਾਰ ਇਹ ਕਿਸ ਲੀਡਰ ਦੇ ਕਹਿਣ ਤੇ ਮੁਖਤਾਰ ਅੰਸਾਰੀ ਨੂੰ ਇੱਥੇ तमाम ਸੁੱਖ ਸੁਵਿਧਾਵਾਂ ਮਿਲਦੀਆਂ ਰਹੀਆਂ। ਇੱਥੋਂ ਤੱਕ ਕਿ ਉਹਨਾਂ ਦੀ ਪਤਨੀ ਤੇ ਪਰਿਵਾਰ ਦੇ ਲੋਕ ਵੀ ਉਹਨਾਂ ਨੂੰ ਆ ਕੇ ਮਿਲਦੇ ਰਹੇ। ਇੱਕ ਬੈਰਕ ਜਿਹਦੇ ਵਿੱਚ 25 ਲੋਕ ਰਹਿੰਦੇ ਨੇ, ਉੱਥੇ ਮੁਖਤਾਰ ਅੰਸਾਰੀ ਨੂੰ ਰੱਖਿਆ ਗਿਆ ਇਕੱਲੇ ਉਹਨਾਂ ਦੀ ਪਤਨੀ ਦੇ ਨਾਲ। ਇਹ ਸਾਰੀਆਂ ਗੱਲਾਂ ਹੁਣ ਫਾਈਲ ਮੁੱਖ ਮੰਤਰੀ ਸਾਹਿਬ ਕੋਲ ਜਾਣੀ ਹੈ। ਕੀ CM ਸਾਹਿਬ ਇੱਥੇ ਕਮੈਂਟ ਦੁਬਾਰਾ ਕਰਦੇ ਨੇ ਵੀ ਇਹਦੀ ਫਾਈਲ ਜਾਂ ਕਿਸੇ ਹੋਰ ਨੂੰ ਦਿਲਾਉਂਦੇ ਨੇ, ਕਹਿੰਦੇ ਨੇ ਵੀ ਇੱਥੇ ਪੂਰੀ ਜਾਣਕਾਰੀ ਪੂਰੀ ਜਿਹੜੀ ਹੈ ਕੰਪਲੀਟ ਕਰਕੇ ਦਿਓ, ਕਿਉਂਕਿ ਕੱਲਾ ਬੰਦਾ ਦੇਖੋ, ਕੱਲਾ ਜਿਸੀ ਕਿ ਇਹ ਪੁਲਿਸ ਵਾਲੇ ਕੋਈ ਅਧਿਕਾਰੀ ਐਡਾ ਵੱਡਾ ਖਤਰਾ ਮੁੱਲ ਲੈਣ ਤੇ ਉਹ ਸੰਭਵ ਨਹੀਂ ਹੈ। ਹਾਲਾਂਕਿ ਸੁਖਜਿੰਦਰ ਰੰਧਾਵਾ ਜਿਹੜੇ ਡਿਪਟੀ CM ਰਹਿ ਚੁੱਕੇ, ਉਹਨਾਂ ਨੇ ਕਲੀਅਰ ਕੀਤਾ ਸੀਗਾ, ਕਹਿੰਦੇ ਮੈਂ ਇਹਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਉਦੋਂ ਮੁੱਖ ਮੰਤਰੀ ਸੀਗੇ, ਤੇ CM ਸਾਹਿਬ ਨੇ ਕਿਉਂ ਨਹੀਂ ਇਹਦੇ ਤੇ ਕੋਈ ਐਕਸ਼ਨ ਲਿਆ। ਮਤਲਬ ਇਹ ਸਾਰੀ ਕਹਿੰਦੇ ਨਾ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਣ ਦੇ ਹੋਰ। ਕੁੱਲ ਮਿਲਾ ਕੇ ਸਾਡਾ ਤੇ ਇੱਕੋ ਹੀ ਜਿਹੜਾ ਪ੍ਰਿੰਸ ਸਵਾਲ ਹੈ, ਲੋਕਾਂ ਨੂੰ ਕੀ ਮਿਲਿਆ? ਜੁਮਲੇ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਨਾ ਸਕੂਲ ਚੰਗੇ, ਇਨਫਰਾਸਟ੍ਰਕਚਰ, ਬੱਚੇ ਜੇ ਵੀ ਭੁੰਜੇ ਬਹਿ ਕੇ ਪੜ੍ਹਦੇ ਆ, ਤੇ ਕਿਸ ਤਰ੍ਹਾਂ ਜਿਹੜੀ ਗ੍ਰਾਂਟ ਆਉਂਦੀ ਉਹ ਵੀ ਖਾ ਜਾਂਦੇ ਆ, ਮਿਡ ਡੇ ਮੀਲ ਤੱਕ ਨਹੀਂ ਛੱਡਦੇ। ਇਹ ਬਹੁਤ ਸਾਰੀਆਂ ਚੀਜ਼ਾਂ ਜਿਹਦਾ ਓਵਰਹਾਲਿੰਗ ਕਰਨ ਦੀ ਲੋੜ ਹੈ। ਬਾਰ-ਬਾਰ ਅਸੀਂ ਤੇ ਬੇਨਤੀ ਕਰਦੇ ਹਾਂ, ਜਿਹੜੇ ਭ੍ਰਸ਼ਟ ਅਫਸਰ ਨੇ ਜਾਂ ਭ੍ਰਸ਼ਟਾਚਾਰ ਕਰਦੇ ਫੜਦੇ ਨੇ, ਇੱਕ ਸਰਕਾਰ ਨੂੰ ਉਹਦੇ ਤੇ ਇੱਕ ਪੂਰਾ ਇੱਕ ਬਿੱਲ ਲੈ ਕੇ ਆਉਣਾ ਚਾਹੀਦਾ ਵੀ ਉਹਨਾਂ ਨੂੰ ਬਰਖਾਸਤ ਕਰਕੇ ਘਰ ਭੇਜ ਦਿਓ, ਵੀ ਜਾਓ ਵੀ ਤੁਹਾਡੀ ਲੋੜ ਨਹੀਂ, ਬਹੁਤ ਹੋ ਗਿਆ। ਤੇ ਬਹੁਤ ਸਾਰੇ ਨੌਜਵਾਨ ਨੇ, ਉਹਨਾਂ ਨੂੰ ਭਰਤੀ ਕਰੋ। ਜਿਹੜੇ ਨੌਜਵਾਨ 8-8 10-10 ਹਜ਼ਾਰ ਤੇ ਕੰਮ ਕਰਦੇ, ਉਹਨਾਂ ਨੂੰ ਪੱਕਿਆਂ ਕਰੋ। ਬੜੇ ਸਾਰੇ ਕੰਮ ਐਸੇ ਹੈ ਜਿਹੜੇ ਸਰਕਾਰਾਂ ਕਰ ਸਕਦੀਆਂ, ਤੇ ਇਹਦਾ 'ਚ ਇੱਛਾ ਸ਼ਕਤੀ ਵੀ ਲੱਗਦੀ ਹੈ। ਪਹਿਲੇ ਵਾਂਗੂ ਥੋੜੀ ਵੀ ਇੱਕ ਫਾਰਮ ਹਾਊਸ 'ਚ ਪਏ ਰਹਿੰਦੇ ਸਨ ਤੇ ਕਦੀ ਕਿਸੇ ਨੂੰ ਮਿਲੇ ਨਹੀਂ ਸਮਾਨ ਸਾਹਿਬ, ਤੇ ਨਿਕਲਦੇ ਆ ਲੋਕਾਂ 'ਚ, ਜਾਂਦੇ ਆ, ਗੱਲਬਾਤ ਵੀ ਕਰਦੇ ਆ। ਤੇ ਇਸ ਕਰਕੇ ਉਮੀਦਾਂ ਵੀ ਲੋਕਾਂ ਨੂੰ ਇਹਨਾਂ ਕੋਲ ਬਹੁਤ ਨੇ, ਇਸੇ ਕਰਕੇ ਨੇ ਕਿਉਂਕਿ ਇਹ ਕੰਮ ਕਰ ਰਹੇ ਨੇ। ਇਹ ਸਨ ਦੀਪਕ ਭੰਡਾਰੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਆਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।